ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੇ ਹੋਏ ਵੱਡੇ ਮੁੱਦਿਆਂ ਤੇ। ਸਭ ਤੋਂ ਪਹਿਲਾਂ ਗੱਲਬਾਤ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਰਾਂਗੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਸਿਆਸੀ ਧਮਾਕਾ ਕੀਤਾ ਗਿਆ। ਉਹਨਾਂ ਦੇ ਵੱਲੋਂ ਟਵੀਟ ਕਰਕੇ ਇੱਕ ਵੱਡੀ ਮੰਗ ਜਿਹੜੀ ਰੱਖੀ ਗਈ ਹੈ ਲੋਕਾਂ ਦੇ ਸਾਹਮਣੇ। ਲੋਕਾਂ ਨੂੰ ਆਪਣੇ ਆਪ ਨੂੰ ਵੀ ਉਹਨਾਂ ਨੇ ਕਿਹਾ ਕਿ ਮੈਂ ਇਹ ਵੱਡੀ ਮੰਗ ਫਿਰ ਦੁਹਰਾ ਰਿਹਾ ਹਾਂ। ਕੀ ਉਹ ਵੱਡੀ ਮੰਗ ਹੈ, ਉਸ ਮਾਮਲੇ ਦੀ ਵੀ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁਣ ਸਿਆਸੀ ਫਿਜ਼ਾ ਦੇ ਵਿੱਚ ਕਿਹੜਾ ਨਵਾਂ ਤਰਕ ਇਸ ਦੇ ਵਿੱਚੋਂ ਤੀਰ ਜਿਹੜਾ ਛੱਡਿਆ ਗਿਆ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਯੂਪੀਏ ਦਾ ਕਪਤਾਨ ਬਦਲਣ ਦੀ ਜਿਹੜੀ ਹੁਣ ਕਵਾਇਦ ਸ਼ੁਰੂ ਹੋ ਚੁੱਕੀ ਹੈ, ਯਾਨੀ ਕਿ ਕਾਂਗਰਸ ਹਾਈ ਕਮਾਨ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਯੂਪੀਏ ਦੇ ਫਿਲਹਾਲ ਜੇਕਰ ਗੱਲ ਕਰੀਏ ਤਾਂ ਸੋਨੀਆ ਗਾਂਧੀ ਚੇਅਰਪਰਸਨ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਪਰ ਮਮਤਾ ਬੈਨਰਜੀ ਨੂੰ ਅੱਗੇ ਲਿਆਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤਾਂ ਕਾਂਗਰਸ ਹਾਈ ਕਮਾਨ ਦੇ ਲਈ, ਕਾਂਗਰਸ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ। ਇਹਨਾਂ ਪੂਰੇ ਮਸਲਿਆਂ ਦੇ ਉੱਪਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਮੰਗ ਕਿਉਂ ਰੱਖਣੀ ਪਈ, ਕਿਉਂ ਸੋਨੀਆ ਗਾਂਧੀ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਮਮਤਾ ਬੈਨਰਜੀ ਨੂੰ ਲਿਆਉਣ ਦੀ ਜਿਹੜੀ ਗੱਲ ਕੀਤੀ ਗਈ ਹੈ। ਇਹਨਾਂ ਪੂਰੇ ਮਸਲਿਆਂ ਤੇ ਗੱਲਬਾਤ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਇਹ ਤੁਹਾਨੂੰ ਪ੍ਰੋਗਰਾਮ ਪੂਰਾ ਧਿਆਨ ਨਾਲ ਤੇ ਸੁਣਨਾ ਤੇ ਦੇਖਣਾ ਪਵੇਗਾ, ਕਿਉਂਕਿ ਇੱਕ ਇੱਕ ਪਰਤ ਜਿਹੜੀ ਅਸੀਂ ਇਸ ਪੂਰੇ ਮਸਲੇ, ਦੋਨਾਂ ਮਸਲਿਆਂ ਦੇ ਉੱਪਰ ਖੋਲਣ ਦੀ ਕੋਸ਼ਿਸ਼ ਕਰਾਂਗੇ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਬਹੁਤ ਬਹੁਤ। ਮਨਜੀਤ ਜੀ, ਕਿਵੇਂ ਦੇਖਦੇ ਜਿਹੜਾ ਨਵਜੋਤ ਸਿੰਘ ਸਿੱਧੂ ਨਵਾਂ ਟਵੀਟ ਕੀਤਾ ਤੇ ਵੱਡੀ ਮੰਗ? ਨਵਜੋਤ ਸਿੱਧੂ ਦੇ ਜਿਹੜੇ ਟਵੀਟਸ ਨੇ ਉਹ ਅਕਸਰ ਸਾਡੀ ਚਰਚਾ ਦਾ ਵਿਸ਼ਾ ਹੁੰਦੇ ਆ। ਸਿੱਧੂ ਸਾਹਿਬ, ਮੈਂ ਅੱਜ ਨਵਜੋਤ ਸਿੱਧੂ ਜਾਂ ਜਿਹੜੀ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਗੱਲ ਕੀਤੀ ਹੈ ਉਹਦੇ ਉੱਤੇ ਆਪਾਂ ਟੀਕਾ ਟਿੱਪਣੀ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਕਿਉਂਕਿ ਜਦੋਂ ਅਸੀਂ ਸਾਡਾ ਪ੍ਰੋਗਰਾਮ ਚੱਲਦਾ ਔਰ ਉਸ ਤੋਂ ਬਾਅਦ ਅਸੀਂ ਦਰਸ਼ਕਾਂ ਦੀ ਜਿਹੜੀ ਰਾਏ ਲੈਂਦੇ ਹਾਂ ਤਾਂ ਉਹਨਾਂ ਦੇ ਵਿੱਚ ਅਕਸਰ ਬਹੁਤ ਵਧੀਆ ਜੋ ਸਾਨੂੰ ਟੀਕਾ ਟਿੱਪਣੀ ਜਿਹੜੀ ਉਹ ਮਿਲਦੀ ਹੈ ਦੇਖਣ ਨੂੰ। ਤਾਂ ਚੰਦ ਦਰਸ਼ਕ ਜਿਹੜੇ ਸਾਨੂੰ ਬੀਤੇ ਦਿਨਾਂ ਤੋਂ ਜਿਹੜੇ ਸਾਡੇ ਪ੍ਰੋਗਰਾਮ ਨੂੰ ਰੈਗੂਲਰ ਵੇਖਦੇ ਨੇ ਉਹ ਸਿੱਧੂ ਦੇ ਸੰਬੰਧੀ ਬੜਾ ਕੁਝ ਕਹਿ ਰਹੇ ਕਿ ਤੁਸੀਂ ਸਿੱਧੂ ਨੂੰ ਪ੍ਰਮੋਟ ਕਰ ਰਹੇ ਜੇ ਜਾਂ ਕਿਸੇ ਵੀ ਤਰੀਕੇ ਦੀ। ਤਾਂ ਮੈਂ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਸਾਡਾ ਜੋ ਮੰਤਵ ਉਹ ਹੁੰਦਾ ਕਿ ਪੰਜਾਬ ਦੀ ਰਾਜਨੀਤੀ ਦੇ ਉਹਨਾਂ ਲੋਕਾਂ ਸੱਚਾਂ ਨੂੰ ਅਸੀਂ, ਜਿਹੜੇ ਲੋਕਾਂ ਸੱਚ ਨੇ ਜਾਂ ਪਰਦੇ ਦੇ ਪਿਛਲਾ ਸੱਚ ਆ, ਉਹਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰੀਏ, ਉਹਨਾਂ ਹਾਲਾਤਾਂ ਨੂੰ ਜਾਣੂ ਕਰਾਈਏ। ਬਾਕੀ ਸਾਡਾ ਇਸ ਪਲੇਟਫਾਰਮ ਤੇ ਸਾਡਾ ਨਾ ਤਾਂ ਕਿਸੇ ਨਾਲ ਕੋਈ ਵੈਰ ਆ, ਨਾ ਸਾਡਾ ਕਿਸੇ ਨਾਲ ਕੋਈ ਵਿਰੋਧ ਆ, ਨਾ ਸਾਡੀ ਕੋਈ ਦੁਸ਼ਮਣੀ ਹੈ, ਕੋਈ ਵੀ ਅਜਿਹਾ ਪ੍ਰਤੀਕਰਮ ਨਹੀਂ ਹੈਗਾ। ਸਾਡਾ ਤਾਂ ਮੰਤਵ ਜਿਹੜਾ ਹੈ ਉਹ ਕੇਵਲ ਔਰ ਕੇਵਲ ਆਪਣੇ ਦਰਸ਼ਕਾਂ ਨੂੰ ਰੰਗਮੰਚ ਦੇ ਪਿੱਛੇ ਜੋ ਕੁਝ ਹੋ ਰਿਹਾ ਉਹਦੀ ਇੱਕ ਝਾਤ ਕਰਾਉਣੀ ਹੁੰਦੀ ਹੈਗੀ ਹੈ। ਇੱਕ ਹੋਰ ਦਰਸ਼ਕ ਦਾ ਮੈਂ ਕਮੈਂਟਸ ਪੜ੍ਹਿਆ ਸਾਂ ਤਾਂ ਉਹਦੀ ਚਰਚਾ ਜਿਹੜੀ ਉਹ ਕਰਨੀ ਮੈਨੂੰ ਲੱਗਾ ਕਿ ਸਿੱਧੂ ਸਾਹਿਬ ਜ਼ਰੂਰੀ ਹੈ ਕਿ ਆਪਾਂ ਕਰਵਾਈਏ। ਉਹ ਕਹਿੰਦਾ ਕਿ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਰੁਜ਼ਗਾਰ ਨਾਲ ਸੰਬੰਧਿਤ ਮੁੱਦੇ ਆ ਤੁਸੀਂ ਉਹਨਾਂ ਦੀ ਗੱਲ ਕਰੋ। ਤਾਂ ਸਿੱਧੂ ਸਾਹਿਬ, ਮੈਂ ਜਦੋਂ ਰੁਜ਼ਗਾਰ ਦੇ ਮੁੱਦਿਆਂ ਦੀ ਗੱਲ ਕਰਨ ਵੱਲੋਂ ਸੋਚਦਾ ਤਾਂ ਮੈਨੂੰ ਟੈਂਕੀਆਂ ਤੇ ਖੜੇ ਅਧਿਆਪਕ ਯਾਦ ਹੁੰਦੇ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕ ਤੇ ਹਿੱਤਾਂ ਦੀ ਲੜਾਈ ਲੜ ਰਹੇ ਆ। ਮੈਨੂੰ ਉਹ ਪੈਰਾਮੈਡੀਕਲ ਸਟਾਫ ਯਾਦ ਹੁੰਦਾ ਜਿਹੜਾ ਬੀਤੇ 10 ਸਾਲਾਂ ਤੋਂ ਕੋਰਟਾਂ ਦੇ ਵਿੱਚ ਆਪਣੇ ਪੱਕੇ ਹੋਣ ਦੀ ਲੜਾਈ ਲੜਦਾ ਪਿਆ। ਮੈਨੂੰ ਕਾਲਜਾਂ ਦੇ ਵਿੱਚ ਲੱਗੇ ਉਹ ਹਾਕ ਪ੍ਰੋਫੈਸਰ ਯਾਦ ਹੁੰਦੇ ਆ ਜਿਹੜੇ ਅੱਜ ਤੱਕ ਪਰਮਾਨੈਂਟ ਹੀ ਨਹੀਂ ਹੋ ਸਕੇ। ਮੈਨੂੰ ਉਹ ਵੀ ਲੋਕ ਯਾਦ ਹੁੰਦੇ ਆ ਕਿ ਜਿਹੜੇ ਇਸ ਲਾਕਡਾਊਨ ਦੇ ਦੌਰਾਨ ਵਿਚਾਰੇ ਸਵੇਰੇ ਦੁਕਾਨਾਂ ਬੰਦ ਖੋਲ੍ਹਦੇ ਆ ਤੇ 5 ਵਜੇ ਬੰਦ ਹੋ ਜਾਂਦੇ ਆ। ਸੋ ਰੁਜ਼ਗਾਰ ਦੇ ਮੁੱਦੇ ਜਿਹੜੇ ਆ ਉਹ ਤਾਂ ਹਮੇਸ਼ਾ ਨਾਲ ਚੱਲਣੇ ਆ। ਪਰ ਜਦੋਂ ਅਸੀਂ ਇਸ ਪਲੇਟਫਾਰਮ ਤੇ ਆ ਜਾਂਦੇ ਹਾਂ ਤਾਂ ਜਦੋਂ ਫਿਰ ਮੈਨੂੰ ਅਜਿਹੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਜਾਂ ਸੁਣਨ ਨੂੰ ਮਿਲਦੀਆਂ ਤਾਂ ਮਨ ਦੁਖੀ ਵੀ ਹੁੰਦਾ। ਹੁਣ ਕੈਪਟਨ ਸਰਕਾਰ ਨੇ ਪਿਛਲੀ ਵਾਰ ਕਿਹਾ ਘਰ ਘਰ ਰੁਜ਼ਗਾਰ ਜਿਹੜਾ ਪਹੁੰਚਿਆ ਗਿਆ, ਪਰ ਅਜੇ ਤੱਕ ਤਾਂ ਰੁਜ਼ਗਾਰ ਦੀ ਗੱਲ ਹੀ ਨਹੀਂ। ਤਾਂ ਗੱਲ ਕੀ ਨਹੀਂ, ਰੁਜ਼ਗਾਰ ਹੁਣ ਕਿਸੇ ਹੋਰ ਪਾਸੇ ਇਹ ਜਿਹੜਾ ਜਾਣ ਡਿਆ ਪਿਆ। ਤਾਂ ਇਹ ਸਾਰੇ ਸੰਦਰਭਾਂ 'ਚ ਮਨ ਜਿਹੜਾ ਨਾ ਦੁਖੀ ਹੁੰਦਾ। ਪਰ ਦਰਸ਼ਕ ਜਿਹੜੇ ਨੇ ਦੇਖੋ ਉਹ ਸਾਡੇ, ਕਿਉਂਕਿ ਮੇਨ ਸਾਡੀ ਰੀੜ ਦੀ ਹੱਡੀ ਤਾਂ ਉਹੀ ਨੇ, ਉਹਨਾਂ ਦੇ ਸੁਝਾਅ ਜਿਹੜੇ ਨੇ ਉਹ ਸਾਨੂੰ ਸਵੀਕਾਰ ਕਰਨੇ ਚਾਹੀਦੇ ਆ। ਉਹਨਾਂ ਦੇ ਸੁਝਾਅ ਜਿਹੜੇ ਉਹ ਆਕਸੀਜਨ ਵਰਗੇ ਨੇ। ਹੁਣ ਵੇਖੋ, ਆਕਸੀਜਨ ਦੀ ਗੱਲ ਕੀਤੀ, ਮੈਨੂੰ ਫਿਰ ਆਕਸੀਜਨ ਯਾਦ ਆ ਗਈ ਕਿ ਦੇਸ਼ ਦੇ ਵਿੱਚ ਆਕਸੀਜਨ ਦਾ ਕਿੰਨਾ ਘਾਟ ਆ, ਤਾਂ ਕਿੰਨੇ ਲੋਕ ਜਿਹੜੇ ਨੇ ਉਹ ਰੱਬ ਨੂੰ ਪਿਆਰੇ ਹੋ ਰਹੇ ਆ। ਤਾਂ ਮੈਨੂੰ ਕਈ ਵਾਰੀ ਇਹੋ ਜਿਹੇ ਹਾਲਾਤਾਂ 'ਚ ਸੁਰਜੀਤ ਪਾਤਰ ਦਾ ਜਿਹੜਾ ਇੱਕ ਸ਼ੇਅਰ ਆ ਬੜਾ ਮਸ਼ਹੂਰ ਕਿ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਪੈੜ ਹੈ, ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ। ਧੀਆਂ ਦੇ ਵਸੇਬੇ ਵਾਸਤੇ ਬਾਪੂ ਦੇਸ਼ ਛੱਡਿਆ, ਉਦੋਂ ਪਤਾ ਲੱਗਾ ਦੇਸ਼ ਕਿੱਡਾ ਹੈ ਮਹਾਨ,
ਜਦੋਂ ਸੀਨੇ ਵਿੱਚ ਤਿਰੰਗਾ ਗਿਆ ਕੱਢਿਆ, ਝੋਲੋ ਤਰੰਗਿਆ, ਬਾਕੀ ਸਭ ਖੈਰ ਹੈ, ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ, ਸੁੰਨੇ ਸੁੰਨੇ ਰਾਹਾਂ ਵਿੱਚ। ਸੋ ਪਿਆਰੇ ਦਰਸ਼ਕੋ, ਅਸੀਂ ਗੱਲ ਤਾਂ ਬੜੀ ਕਰਨੀ ਚਾਹੁੰਦੇ ਹਾਂ, ਪਰ ਜਦੋਂ ਰੁਜ਼ਗਾਰ ਦੀਆਂ ਗੱਲਾਂ ਕਰਦੇ ਆ ਤਾਂ ਸਰਕਾਰ ਦੀਆਂ ਨੀਤੀਆਂ, ਸਰਕਾਰ ਦੇ ਉਹ ਦ੍ਰਿਸ਼ਟੀ ਪੈਮਾਨ ਜਿਹੜੇ ਸਾਹਮਣੇ ਆ ਜਾਂਦੇ ਆ, ਤਾਂ ਉਹਨਾਂ ਦੀਆਂ ਗੱਲਾਂ ਕਰਕੇ ਮਨ ਆਪਣਾ ਵੀ ਦੁਖੀ ਹੁੰਦਾ ਤੇ ਆਪਣੇ ਦਰਸ਼ਕਾਂ ਨੂੰ ਅਸੀਂ ਦੁਖੀ ਨਹੀਂ ਕਰਨਾ ਚਾਹੁੰਦੇ। ਸੋ ਇਸ ਕਰਕੇ ਅਜਿਹੇ ਮੁੱਦੇ ਆਪਾਂ ਨਹੀਂ ਛੇੜਦੇ, ਪਰ ਫਿਰ ਵੀ ਅਸੀਂ ਸਮੇਂ-ਸਮੇਂ ਤੇ ਆਪਣੀ ਇਹਨਾਂ ਸੰਦਰਭਾਂ ਦੇ ਵਿੱਚ ਵੀ ਗੱਲ ਕਰਾਂਗੇ। ਜ਼ਰੂਰੀ ਹੁੰਦਾ ਚੱਕਣਾ, ਉਹ ਅਸੀਂ ਜ਼ਰੂਰ ਚੁੱਕਦੇ ਹਾਂ ਜੀ। ਤਾਂ ਬਾਕੀ ਅਸੀਂ ਹੁਣ ਆਪਣੇ ਅਸਲੀ ਮੁੱਦੇ ਵੱਲ ਆਉਂਦੇ ਹਾਂ। ਸਿੱਧੂ ਸਾਹਿਬ, ਤੁਸੀਂ ਮੈਨੂੰ ਪ੍ਰਸ਼ਨ ਕੀਤਾ ਕਿ ਸਿੱਧੂ ਦੇ ਜਿਹੜੇ 2 ਟਵੀਟ ਆਏ ਨੇ ਬੜੇ ਮਹੱਤਵਪੂਰਨ ਨੇ, ਤੇ ਉਹਨਾਂ ਦੇ ਸੰਬੰਧੀ ਆਪਾਂ ਕੀ ਗੱਲ ਕਰਦੇ ਹਾਂ। ਦੇਖੋ, ਜਿਹੜੇ ਅੱਜ ਸਿੱਧੂ ਦੇ 2 ਟਵੀਟ ਆਏ ਨੇ, ਉਹ ਅਸੀਂ ਪੰਜਾਬ ਦੀ ਰਾਜਨੀਤੀ ਦੇ ਸੰਦਰਭ ਦੇ ਵਿੱਚ ਰੱਖ ਕੇ ਨਹੀਂ ਵਾਚਣਾ, ਉਸ ਨੂੰ ਅਸੀਂ ਰਾਸ਼ਟਰੀ ਪੱਧਰ ਦੀ ਜਿਹੜੀ ਰਾਜਨੀਤੀ ਆ ਉਹਦੇ ਸੰਦਰਭ ਵਿੱਚ ਵਾਚਦੇ ਹਾਂ। ਔਰ ਦੇਖੋ, ਇਹ ਜਿਹੜੇ ਉਸਦੇ 2 ਟਵੀਟ ਆਏ ਨੇ, ਇਹ ਉਸ ਸਮੇਂ ਆਏ ਨੇ ਜਦੋਂ ਦੇਸ਼ ਦੇ ਵਿੱਚ ਰਾਸ਼ਟਰੀ ਪੱਧਰ ਤੇ ਬੜੀ ਉਥਲ ਪੁਥਲ ਹੋ ਰਹੀ ਹੈ। ਉਥਲ ਪੁਥਲ ਤੋਂ ਭਾਵ ਕਿ ਇੱਕ ਉਹ ਪਾਰਟੀ ਆ ਜਿਹੜਾ ਇੱਕ ਵਿਜੇ ਰੱਥ ਲੈ ਕੇ ਨਿਕਲਦੀ ਹੈ, ਔਰ ਉਹ ਸੋਚਦੀ ਹੈ ਕਿ ਇਹ ਸਾਡੇ ਜਿਹੜੇ 2 ਬੰਦੇ ਨੇ, ਇਹਨਾਂ 2 ਬੰਦਿਆਂ ਨਾਲ ਜਿਹੜੀ ਵੀ ਸਟੇਟ 'ਚੋਂ ਅਸੀਂ ਲੰਘ ਗਏ, ਅਸੀਂ ਵਿਜੇ ਜਿਹੜੀ ਪ੍ਰਾਪਤ ਕਰਨੀ ਹੈ, ਫਤਿਹ ਦਾ ਝੰਡਾ ਗੱਡਣਾ ਹੀ ਗੱਡਣਾ ਹੈ। ਪਰ ਉਸ ਜਿਹੜਾ ਰੱਥ ਹੈ, ਵਿਜੇ ਰੱਥ, ਉਹਨੂੰ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਰੋਕ ਦਿੱਤਾ, ਔਰ ਉਹ ਰੋਕਿਆ ਹੀ ਨਹੀਂ। ਰੋਕ ਕੇ ਉਹਨੂੰ ਜਿਹੜੇ ਉਹ ਸਾਰਥੀ ਸੀ ਉਸ ਰੱਥ ਦੇ, ਜਾਂ ਉਹਦੇ ਮਗਰ ਜਿਹੜਾ ਡਾਇਰੈਕਸ਼ਨ ਦੇਣ ਵਾਲਾ ਸੀ, ਉਹਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਦੇਸ਼ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਜਿਹੜੀ ਆ ਕਿਹੋ ਜਿਹੀ ਬਣ ਰਹੀ ਆ। ਔਰ ਇਹ ਸਾਰੇ ਸਿਨੈਰੀਓ ਦੇ ਵਿੱਚ ਨਵਜੋਤ ਸਿੱਧੂ ਦੇ ਜਿਹੜੇ ਬਿਆਨ ਆਉਣੇ ਨੇ, ਟਵੀਟ ਜਿਹੜੇ ਆਏ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ, ਉਹ ਕਹਿ ਰਿਹਾ ਕਿ ਜਿਹੜੀ ਚੋਣ ਪ੍ਰਕਿਰਿਆ ਸੁਤੰਤਰ ਤੇ ਨਿਰਪੱਖ ਜਿਹੜੀ ਆ ਉਹ ਹੋਣੀ ਚਾਹੀਦੀ ਆ, ਬੈਲਟ ਪੇਪਰ ਦੇ ਥਰੂ ਹੋਣੀ ਚਾਹੀਦੀ ਆ, ਔਰ ਜਿਹੜਾ ਚੋਣ ਕਮਿਸ਼ਨ ਹੈ ਉਹਨੂੰ ਆਪਣਾ ਰੋਲ, ਉਹਨੂੰ ਆਪਣੀ ਭੂਮਿਕਾ ਜਿਹੜੀ ਆ ਬਿਲਕੁਲ ਨਿਰਪੱਖ ਤੇ ਸੁਤੰਤਰ ਤੌਰ ਤੇ ਇਹ ਮੰਗ ਜਿਹੜੀ ਆਪਣੀ ਦੁਹਰਾ ਰਿਹਾ। ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਕਹਿੰਦੇ ਮੈਂ ਮੰਗ ਕਰ ਚੁੱਕਿਆ। ਉਹਨੇ ਜਿਹੜੀ ਇਹ ਮੰਗ ਕੀਤੀ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੀਤੀ ਸੀ ਕਿ ਅਮਰੀਕਾ ਔਰ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਵੀ ਬੈਲਟ ਪੇਪਰ ਸ਼ੁਰੂ ਹੋ ਚੁੱਕਾ। ਉਹਨੇ ਮੰਗ ਜਿਹੜੀ ਦੁਹਰਾਈ ਆ, ਮੈਂ ਇਸ ਦੁਹਰਾਈ ਦੇ ਸੰਬੰਧ, ਕਿਉਂਕਿ ਪਿਛਲੇ ਸਮੇਂ 'ਚ ਵੀ ਗੱਲਾਂ ਹੁੰਦੀਆਂ ਰਹੀਆਂ ਨੇ, ਪਰ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਉਹ ਟਵੀਟ ਕਰ ਰਿਹਾ, ਔਰ ਦੂਜੇ ਪਾਸੇ ਮਮਤਾ ਬੈਨਰਜੀ, ਇੱਕ ਵੀਡੀਓ ਇੱਕ ਹੋਰ ਹੋਇਆ ਜਿਹਦੇ ਵਿੱਚ ਇੱਕ ਆਦਮੀ ਉਹ ਇੱਕ ਪੜ੍ਹ ਰਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ, ਜਦੋਂ ਉਸਨੇ ਸੈਕਿੰਡ ਪੋਲ ਦੀ ਰੀਕਾਊਂਟਿੰਗ ਦੀ ਗੱਲ ਉਹਨੇ ਕੀਤੀ, ਉਹ ਵੀ ਇੱਕ ਵੀਡੀਓ ਸਾਨੂੰ ਅੱਜ ਕੱਲ੍ਹ ਦੇਖਣ ਨੂੰ ਮਿਲ ਪਿਆ। ਔਰ ਇਹ ਸੰਦਰਭ ਦੇ ਵਿੱਚ ਜਦੋਂ ਨਵਜੋਤ ਸਿੱਧੂ ਇਹ ਮੁੱਦਾ ਠਾ ਰਿਹਾ ਇੱਕ ਟਵੀਟ ਦੇ ਰਾਹੀਂ ਕਿ ਜਿਹੜੀ ਚੋਣ ਹੈ ਉਹ ਬੈਲਟ ਪੇਪਰ ਦੇ ਥਰੂ ਹੋਣੀ ਚਾਹੀਦੀ ਹੈ, ਔਰ ਦੂਜਾ ਚੋਣ ਕਮਿਸ਼ਨ ਦੀ ਜਿਹੜੀ ਭੂਮਿਕਾ ਹੈ ਉਹ ਨਿਰਪੱਖ ਤੇ ਸੁਤੰਤਰ ਹੋਣੀ ਚਾਹੀਦੀ ਹੈ, ਉਹਨੂੰ ਕਿਸੇ ਡਰ ਖੌਫ ਦੇ ਵਿੱਚ ਨਹੀਂ ਹੋਣਾ ਚਾਹੀਦਾ। ਆਪਾਂ ਇਹਨਾਂ ਦੀ ਗੱਲ ਕਰਦੇ ਹਾਂ। ਇਹਨਾਂ ਟਵੀਟਸ ਦੇ ਨਾਲ ਨਵਜੋਤ ਸਿੱਧੂ ਨੇ ਜਿਹੜਾ ਭਾਰਤੀ ਚੋਣ ਕਮਿਸ਼ਨ ਹੈ ਉਸ ਦੀ ਭੂਮਿਕਾ ਦੇ ਬੜੇ ਵੱਡੇ ਸਵਾਲ ਉਠਾਏ ਨੇ। ਦੇਖੋ, ਸਮੇਂ-ਸਮੇਂ ਤੇ ਇਹ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਜਿਹੜੀ ਇਸ ਵੇਲੇ ਦੇਸ਼ ਦੇ ਉੱਤੇ ਰਾਜ ਕਰ ਰਹੀ ਪਾਰਟੀ ਆ, ਉਹਨੇ ਜਿੰਨੀਆਂ ਵੀ ਮਹੱਤਵਪੂਰਨ ਸੰਸਥਾਵਾਂ ਨੇ ਦੇਸ਼ ਦੀਆਂ, ਚਾਹੇ ਉਹ ਭਾਰਤੀ ਨਿਆਂ ਪ੍ਰਣਾਲੀ ਹੋਵੇ, ਚੋਣ ਕਮਿਸ਼ਨ ਹੋਵੇ, NIA ਹੋਵੇ, CBI ਹੋਵੇ, ED ਹੋਵੇ, ਸਾਰਿਆਂ ਤੇ ਉਹਦੇ ਆਪਣੇ ਬੰਦਿਆਂ ਦਾ ਕਬਜ਼ਾ ਹੈ, ਉਹਨੇ ਆਪਣਾ ਕਬਜ਼ਾ ਕਰ ਚੁੱਕੀ ਹੈ। ਤੁਸੀਂ ਦੇਖੋ, ਜਦੋਂ ਇਲੈਕਸ਼ਨ ਹੋਈ ਆ, ਚੋਣ ਕਮਿਸ਼ਨ ਪੂਰਨ ਤੌਰ ਤੇ ਜਿਹੜਾ ਹੈ ਉਹ ਜਿਹੜਾ ਪਾਰਟੀ ਜਿਹੜੀ ਰਾਜ ਕਰ ਰਹੀ ਹੈ ਉਹਦੇ ਪ੍ਰਭਾਵ ਅਧੀਨ ਹੈ। ਯੂਪੀ ਵੈਸਟ ਬੰਗਾਲ 'ਚ ਜਦੋਂ ਚੋਣਾਂ ਹੋਈਆਂ ਤੇ ਜੇਕਰ ਮਮਤਾ ਬੈਨਰਜੀ ਦੇ ਖਿਲਾਫ ਕੋਈ ਸ਼ਿਕਾਇਤ ਹੁੰਦੀ ਤਾਂ ਚੋਣ ਕਮਿਸ਼ਨ ਉਸ ਵੇਲੇ ਐਕਸ਼ਨ ਲੈਂਦਾ ਹੈ। ਦੂਜੇ ਪਾਸੇ ਜਦੋਂ ਮਮਤਾ ਬੈਨਰਜੀ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੋਈ ਕਾਰਵਾਈ ਦੀ ਕੰਪਲੇਨ ਕਰਦੀ ਹੈ ਤਾਂ ਉਹਨੂੰ ਉਹ ਟਾਈਮ ਦੇ ਦਿੱਤਾ ਜਾਂਦਾ ਹੈ। ਕਹਿਣ ਦਾ ਅਰਥ ਇਹ ਸੀ ਕਿ ਉਸ ਸਮੇਂ ਔਰ ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਪਿਛਲੇ ਸੰਦਰਭਾਂ 'ਚ ਦੇਖ ਲਓ, ਜਿਹੜਾ ਭਾਰਤੀ ਚੋਣ ਕਮਿਸ਼ਨ ਹੈ ਪਿਛਲੇ 10 ਸਾਲਾਂ ਤੋਂ ਕੇਵਲ ਔਰ ਕੇਵਲ ਭਾਰਤੀ ਜਨਤਾ ਪਾਰਟੀ ਦੀ ਕਠਪੁਤਲੀ ਬਣ ਕੇ ਰਹਿ ਗਿਆ। ਔਰ ਦੂਜੇ ਪਾਸੇ ਜਿਹੜੀ ਭਾਰਤੀ ਨਿਆਂ ਪ੍ਰਣਾਲੀ, ਆਪਾਂ ਚਲੋ ਉੱਥੇ ਕਿੰਤੂ ਪਰੰਤੂ ਕਰਦਾ ਹੱਕ ਨਹੀਂ ਆ, ਪਰ ਜਦੋਂ ਜੱਜ ਉੱਥੋਂ ਰਿਟਾਇਰ ਹੋ ਜਾਂਦੇ ਨੇ ਉਹ ਵੀ ਇੱਕ ਰਾਜ ਸਭਾ ਦੀ ਮੈਂਬਰੀ ਵਾਸਤੇ ਇਹਦਾ ਚਿਹਰਾ ਵੇਖਦੇ ਨੇ। ਤਾਂ ਇਹ ਸਾਰੇ ਸੰਦਰਭ ਉਹ ਨੇ ਕਿ ਜਿਹਦੇ ਵਿਰੁੱਧ ਅੱਜ ਤੱਕ ਕਿਸੇ ਵੀ ਲੀਡਰ ਨੇ ਆਵਾਜ਼ ਨਹੀਂ ਉਠਾਈ। ਸਿੱਧੂ ਸਾਹਿਬ, ਇਸ ਗੱਲ ਨੂੰ ਧਿਆਨ ਨਾਲ ਸਮਝਣ ਦਾ ਯਤਨ ਕਰਨਾ। ਦੇਖੋ, ਇੰਨੀਆਂ ਪਾਰਟੀਆਂ ਨੇ, ਇਹਨੇ ਟੌਪ ਦੇ ਲੀਡਰ ਨੇ, ਕੋਈ ਵੀ ਸਟੇਟਮੈਂਟ ਰਾਸ਼ਟਰੀ ਪੱਧਰ ਤੇ ਅਜੇ ਤੱਕ ਇਹੋ ਜਿਹੀ ਸਟੇਟਮੈਂਟ ਨਹੀਂ ਆਈ। ਤੇ ਇਹ ਸਾਰੇ ਸੰਦਰਭ 'ਚ ਜੇ ਨਵਜੋਤ ਸਿੱਧੂ ਵੈਸਟ ਬੰਗਾਲ ਦੇ ਵਿੱਚ ਹੋਈਆਂ ਚੋਣਾਂ ਦੇ ਪ੍ਰਤੀਕਰਮ ਵਜੋਂ, ਔਰ ਉੱਥੇ ਜਿਹੜਾ ਨੰਦੀਗ੍ਰਾਮ ਦਾ ਜਿਹੜਾ ਇਲੈਕਸ਼ਨ ਰਿਟਰਨਿੰਗ ਅਫਸਰ ਆ ਉਹਦੇ ਸੰਦਰਭ ਦੇ ਵਿੱਚ ਅਗਰ ਇਹ ਆਵਾਜ਼ ਉਠਾਉਂਦਾ
ਤਾਂ ਇਟ ਮੀਨਸ ਇਹ ਪ੍ਰਸ਼ਨ ਜਿਹੜਾ ਹੈ ਭਾਰਤੀ ਚੋਣ ਕਮਿਸ਼ਨ ਦੀ ਭੂਮਿਕਾ ਦੇ ਉੱਤੇ ਉਠਾ ਰਿਹਾ। ਔਰ ਇਹ ਕੇਵਲ ਪੱਛਮੀ ਬੰਗਾਲ ਦੀ ਗੱਲ ਨਹੀਂ ਹੈ, ਇਹ ਪੰਜਾਬ ਵਾਸਤੇ ਵੀ ਲਾਗੂ ਹੈ। ਔਰ ਦੂਜੇ ਪਾਸੇ ਕਿਸੇ ਵੀ ਪ੍ਰਾਂਤ ਦੀ ਗੱਲ ਹੋ ਜਾਵੇ, ਮੈਨੂੰ ਇੱਕ ਗੱਲ ਦਾ ਨਾ ਬੜਾ ਰੰਜ ਜਿਹਾ ਰਿਹਾ ਕਿ ਜਦੋਂ ਤੁਸੀਂ ਵੀ ਦੇਖਿਆ ਹੋਏਗਾ ਕਿ ਜਦੋਂ ਪਾਰਟੀਆਂ ਹਾਰਦੀਆਂ ਉਦੋਂ ਅਸੀਂ EVM ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਾਂ ਕਿ EVM ਦੀ ਬੰਦ ਹੋ ਜਾਣਾ ਚਾਹੀਦਾ, ਪਰ ਜਦੋਂ ਹਾਰਦੀਆਂ ਨੇ ਪਾਰਟੀਆਂ ਉਦੋਂ ਜਦੋਂ ਜਿੱਤਦੀਆਂ ਨੇ ਉਸ ਵੇਲੇ ਕੋਈ ਬੰਦਾ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ। ਪਰ ਇੰਟਰਸਟਿੰਗ ਗੱਲ ਹੁਣ ਇਹ ਦੇਖੋ ਕਿ ਨਵਜੋਤ ਸਿੱਧੂ ਦਾ ਨਾ ਤਾਂ ਵੈਸਟ ਬੰਗਾਲ 'ਚ ਕੋਈ ਆਧਾਰ ਹੈ, ਨਾ ਰਾਸ਼ਟਰੀ ਪੱਧਰ ਤੇ ਉਸ ਚੋਣਾਂ ਦਾ ਮਤਲਬ, ਪਰ ਜੇਕਰ ਇਹ ਸਭ ਦੇ ਬਾਵਜੂਦ ਉਹ ਆਦਮੀ ਭਾਰਤੀ ਚੋਣ ਕਮਿਸ਼ਨ ਦੀ ਨਿਭਾਈ ਗਈ ਭੂਮਿਕਾ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲਗਾ ਰਿਹਾ, ਤਾਂ ਇਸ ਦਾ ਅਰਥ ਇਹ ਨਿਕਲਦਾ ਕਿ ਉਹ ਇੱਕ ਸੁਚੇਤ ਰਾਜਨੀਤਿਕ ਮਾਨ ਆ ਜਿਹੜਾ ਵੱਡੇ ਪੱਧਰ ਤੇ ਸੁਧਾਰਾਂ ਦੀ ਮੰਗ ਕਰਦਾ ਕਿ ਜਿਹੜੀ ਚੋਣ ਪ੍ਰਣਾਲੀ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ। ਔਰ ਇਸ ਮੰਗ ਦੇ ਨਾਲ ਉਸ ਦਾ ਜਿਹੜਾ ਕੱਦ ਹੈ ਉਹ ਹੁਣ ਰਾਸ਼ਟਰੀ ਰਾਜਨੀਤੀ ਦੇ ਵਿੱਚ ਉੱਚਾ ਹੋਇਆ। ਉਸਨੇ ਇਹ ਟਵੀਟ ਕਰਕੇ ਬੜਿਆਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਵੇਗਾ। ਦੇਖੋ, ਸ਼ਰਦ ਪਵਾਰ ਅਸੀਂ ਕਹਿੰਦੇ ਕਿ NCP ਦਾ ਲੀਡਰ ਜਿਹੜਾ ਬੜਾ ਮਹੱਤਵਪੂਰਨ ਲੀਡਰ ਆ, ਜਿਵੇਂ ਕਿਸੇ ਸਮੇਂ ਭਾਰਤੀ ਰਾਜਨੀਤੀ ਵਿੱਚ ਕਾਮਰੇਡ ਹਰਕਿਸ਼ਨ ਸੁਰਜੀਤ ਦਾ ਨਾਂ ਚੱਲਦਾ ਸੀ। ਹਰਕਿਸ਼ਨ ਸੁਰਜੀਤ ਸਾਰੀ ਜ਼ਿੰਦਗੀ ਸਰਪੰਚ ਨਹੀਂ ਬਣ ਸਕਿਆ, ਨਾ ਹੀ ਉਹ ਕਦੀ MLA ਬਣਿਆ, ਪਰ ਭਾਰਤ ਦੇ ਵਿੱਚ ਜਿਹੜੇ ਉਹ ਪ੍ਰਧਾਨ ਮੰਤਰੀ ਉਹਨੂੰ ਬਣਾਉਣ ਦੀ ਭੂਮਿਕਾ ਉਹ ਬੰਦਾ ਨਿਭਾਉਂਦਾ ਰਿਹਾ। ਉਸ ਤੋਂ ਬਾਅਦ ਉਹ ਖਤਮ ਹੋ ਗਿਆ। ਇਸ ਵੇਲੇ ਉਸ ਪੋਜੀਸ਼ਨ ਦੇ ਵਿੱਚ ਜਿਹੜਾ ਸ਼ਰਦ ਪਵਾਰ ਹੈ ਬੜਾ ਮਹੱਤਵਪੂਰਨ ਲੀਡਰ ਹੈ, ਜੋੜ ਤੋੜ ਕਰਨ ਦਾ ਮਾਹਰ। ਔਰ ਈਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਹੈ ਉਹ ਵੀ ਉਸ ਦੀ ਗੱਲ ਸੁਣਨ ਨੂੰ ਮਜਬੂਰ ਹੁੰਦਾ। ਤਾਂ ਵੇਖੋ, ਇਹੋ ਜਿਹੇ ਬੰਦੇ ਵੱਲੋਂ ਕਿਸੇ ਨੇ ਵੀ ਕੋਈ ਵੀ ਇਸ ਸੰਦਰਭ ਦੇ ਵਿੱਚ ਗੱਲ ਨਹੀਂ ਉਠਾਈ, ਕਿਉਂਕਿ ਜੇਕਰ ਭਾਰਤੀ ਚੋਣ ਕਮਿਸ਼ਨ ਦੀ ਭੂਮਿਕਾ ਤੇ ਕੋਈ ਵਿਅਕਤੀ ਗੱਲ ਉਠਾਉਂਦਾ ਤਾਂ ਇਟ ਮੀਨਸ ਉਹ ਸਿੱਧਾ ਚੈਲੰਜ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੀ ਟੀਮ ਨੂੰ ਹੈ। ਇਹ ਸਾਰੇ ਬੇਖੌਫਤਾ ਨਿਡਰ ਹੋ ਕੇ ਜੇਕਰ ਨਵਜੋਤ ਸਿੱਧੂ ਇਹਨਾਂ ਦੇ ਉੱਤੇ ਪ੍ਰਸ਼ਨ ਉਠਾ ਰਿਹਾ ਤਾਂ ਇਟ ਮੀਨਸ ਇਹ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਤੋਂ ਵੀ ਦੂਰ ਹੈ। ਜਿਸ ਤਰ੍ਹਾਂ ਕਿਆਸ ਰਾਈਆਂ ਲਾਈਆਂ ਜਾਂਦੀਆਂ ਕਿ ਉਹ ਸਾਡੀ ਪਾਰਟੀ 'ਚ ਆ ਜਾਊਗਾ, ਉੱਧਰ ਆ ਜਾਊਗਾ, ਉੱਧਰੋਂ ਆ ਜਾਊਗਾ, ਇਹ ਟਵੀਟ ਕਰਕੇ ਉਸਨੇ ਇੱਕ ਬੈਟ ਜਿਹੜੀ ਹਿੱਟ ਦੇ ਨਾਲ ਬੜੇ ਉਸਨੇ ਨਿਸ਼ਾਨੇ ਲਗਾਏ ਨੇ, ਬੜਿਆਂ ਦੇ ਮੂੰਹ ਬੰਦ ਕਰਤੇ ਨੇ। ਪਰ ਸਭ ਤੋਂ ਵੱਡੀ ਜਿਹੜੀ ਮਹੱਤਵਪੂਰਨ ਗੱਲ ਆ ਉਸਨੇ ਇਹ ਕੀਤਾ, ਇਹਦੇ ਨਾਲ ਉਹ ਜਿਹੜੀ ਰਾਸ਼ਟਰੀ ਪੱਧਰ ਦੀ ਰਾਜਨੀਤੀ ਆ ਉਹਦੇ ਉੱਤੇ ਉਹਨੇ ਆਪਣੇ ਆਪ ਨੂੰ ਇੱਕ ਅਜਿਹੇ ਮਜ਼ਬੂਤ ਲੋਕਤੰਤਰ ਦੇ ਜਿਹੜੇ ਅਸੀਂ ਰਖਵਾਲੇ ਦੇ ਰੂਪ 'ਚ ਆਪਣੇ ਆਪ ਨੂੰ ਪੇਸ਼ ਕੀਤਾ ਕਿ ਜਿਹੜਾ ਹੋਰ ਕੋਈ ਲੀਡਰ ਨਹੀਂ ਕਰ ਸਕਿਆ। ਆਮ ਤੌਰ ਤੇ ਤਾਂ ਅਸੀਂ ਪਿਛਲੇ ਸੰਦਰਭਾਂ 'ਚ ਇਹ ਕਹਿ ਸਕਦੇ ਹਾਂ ਕਿ ਉਹਦੇ ਉੱਤੇ ਇਹੋ ਹੀ ਐਲੀਗੇਸ਼ਨ ਲੱਗਦਾ ਰਿਹਾ ਜਿਵੇਂ ਪੰਜਾਬ ਦੀ ਰਾਜਨੀਤੀ ਉਹਨੂੰ ਟਾਰਗੇਟ ਕਰਦੀ ਰਹੀ ਹੈ। ਆਪਾਂ ਅੱਜ ਨਾਂ ਨਹੀਂ ਕੈਪਟਨ ਅਮਰਿੰਦਰ ਕਿਸੇ ਹੋਰ ਦਾ ਲਵਾਂਗੇ ਕਿ ਇਹ ਪਾਵਰ ਸੀਕਰ ਹੈ ਜਾਂ ਚੂਜ ਹੈ, ਪਰ ਅੱਜ ਦੇ ਜਿਹੜੇ ਉਹ ਟਵੀਟ ਨੇ, ਅੱਜ ਦੇ ਟਵੀਟ ਵੀ ਉਹਦੇ ਬੜੀ ਸਮਝੀ ਹੋਈ ਰਾਜਨੀਤੀ ਔਰ ਅਗਾਂਹ ਦੇ ਭਵਿੱਖ ਦੇ ਲੋਕਤੰਤਰ ਦੇ ਉਸਰਈਏ ਵਜੋਂ ਇਸ ਟਵੀਟਸ ਨੂੰ ਅਸੀਂ ਦੇਖਦੇ ਹਾਂ ਕਿ ਉਹ ਚਾਹੁੰਦਾ ਆ ਕਿ ਜਿਹੜੇ ਬੈਲਟ ਪੇਪਰ ਰਾਹੀਂ ਚੋਣ ਹੋਵੇ, ਜਿਹੜਾ EVM ਦੇ ਉੱਤੇ ਅਸੀਂ ਕਹਿ ਦਿੰਦੇ ਕਿ EVM ਦੀ ਸਰਕਾਰ ਨੇ ਕਿਹਾ, ਤੁਹਾਨੂੰ ਕੋਈ ਸਮਾਂ ਯਾਦ ਹੋਵੇ, ਕੋਈ ਸਮਾਂ ਪਹਿਲਾਂ ਜਥੇਦਾਰ ਹਰਪ੍ਰੀਤ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਵੀ ਸਟੇਟਮੈਂਟ ਆਈ ਸੀ ਕਿ ਇਹ ਜਿਹੜੀ ਪਾਰਟੀ ਜਿਹੜੀ ਸਰਕਾਰ ਹੈਗੀ EVM 'ਚੋਂ ਨਿਕਲੀ ਹੈ। ਤਾਂ ਇਹ ਗੱਲਾਂ ਕਹਿਣ ਦਾ ਅਰਥ ਹੈ ਕਿ ਉਸ ਸਮੇਂ ਉਠਾਉਣੀਆਂ ਚਾਹੀਦੀਆਂ ਜਦੋਂ ਇਹਦੀ ਲੋੜ ਆ। ਔਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੇ ਜਿਹੜਾ ਫਤਿਹ ਰੱਥ ਹੈ ਉਹਨੂੰ ਰੁਕਿਆ, ਤਾਂ ਉਸ ਸਮੇਂ ਸਿੱਧੂ ਦੀ ਇਹ ਜਿਹੜੀ ਸਟੇਟਮੈਂਟ ਔਰ ਸਿੱਧੂ ਦੇ ਇਹ ਟਵੀਟ ਜਿਹੜੇ ਆਉਣੇ ਨੇ ਬੜੇ ਧਿਆਨ ਦੀ ਮੰਗ ਕਰਦੇ ਨੇ ਔਰ ਇਹ ਦੱਸਦੇ ਨੇ ਕਿ ਉਹ ਰਾਸ਼ਟਰੀ ਪੱਧਰ ਤੇ ਹੋ ਰਹੀਆਂ ਜਿਹੜੀਆਂ ਤਬਦੀਲੀਆਂ ਨੂੰ ਕਿੰਨੀ ਨੀਝ ਨਾਲ ਦੇਖਦਾ ਪਿਆ ਔਰ ਇਹਦੇ ਵਿੱਚ ਉਹ ਪਰਿਵਰਤਨ ਦਾ ਚਾਹਵਾਨ ਹੈ। ਕਿਵੇਂ ਨਾ ਕਿਤੇ ਇਹ ਜਿਹੜੀ ਮੁੱਖ ਵਿਰੋਧੀ ਧਿਰਾਂ ਨੇ, ਜਿਵੇਂ ਕਾਂਗਰਸੀ ਹੈ, ਬੇਸ਼ੱਕ ਕਾਂਗਰਸ ਦਾ ਹੀ ਹਿੱਸਾ ਨੇ ਨਵਜੋਤ ਸਿੰਘ ਸਿੱਧੂ, ਪਰ ਜਿਹੜੇ ਉਹਨਾਂ ਦੇ ਮੁਖੀ ਨੇ, ਚਾਹੇ ਰਾਹੁਲ ਗਾਂਧੀ ਹੋਣ, ਪ੍ਰਿਯੰਕਾ ਗਾਂਧੀ ਹੋਣ, ਚਾਹੇ ਸੋਨੀਆ ਗਾਂਧੀ ਹੋਣ ਜਾਂ ਹੋਰ ਮੁੱਖ ਵਿਰੋਧੀ ਪਾਰਟੀਆਂ ਹੋਣ, ਕਿਤੇ ਨਾ ਕਿਤੇ ਇਹਨਾਂ ਮੁੱਦਿਆਂ ਨੂੰ ਉਹਨਾਂ ਵੱਲੋਂ ਵੀ ਵੱਡੇ ਪੱਧਰ ਤੇ ਚੁੱਕਣ ਦੀ ਹੁਣ ਲੋੜ ਸੀਗੀ, ਜਿਹੜਾ ਕਿ ਨਹੀਂ ਚੁੱਕਿਆ ਜਾ ਰਿਹਾ। ਸ਼ਾਇਦ ਇਸੇ ਕਰਕੇ ਹੀ ਹੁਣ ਜੇਕਰ ਆਪਾਂ ਦੂਜੀ ਖਬਰ ਦੀ ਗੱਲ ਕਰੀਏ, ਸ਼ਾਇਦ ਇਸੇ ਕਰਕੇ ਹੀ UPA ਦੀ ਜਿਹੜੀ ਇੱਕ ਟੀਮ ਹੈ ਉਹਦਾ ਜਿਹੜਾ ਕਪਤਾਨ ਸੋਨੀਆ ਗਾਂਧੀ ਨੂੰ ਹਟਾ ਕੇ ਮਮਤਾ ਬੈਨਰਜੀ ਨੂੰ ਜਿਹੜਾ ਬਣਾਉਣ ਦੀ ਜਿਹੜੀ ਕਵਾਇਦ ਸ਼ੁਰੂ ਹੋ ਗਈ ਹੈ, ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਇੱਥੋਂ ਤੱਕ ਕਿ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਵੀ ਇਹ ਗੱਲ ਕਹਿਣੀ ਪਈ ਹੈ ਕਿ ਹੁਣ ਸੋਨੀਆ ਗਾਂਧੀ ਦੀ ਜਗ੍ਹਾ ਤੇ ਮਮਤਾ ਬੈਨਰਜੀ ਨੂੰ ਹੋਣਾ ਚਾਹੀਦਾ। ਦੇਖੋ, ਜੇਕਰ ਅਸੀਂ ਪਹਿਲਾਂ ਮਮਤਾ ਬੈਨਰਜੀ ਦੀ ਅਸੀਂ ਗੱਲ ਕਰਦੇ ਹਾਂ, UPA ਦੀ ਵੀ ਬਾਅਦ 'ਚ ਗੱਲ ਕਰਦੇ। ਅਗਰ ਮਮਤਾ ਬੈਨਰਜੀ ਦੀ ਗੱਲ ਕਰੀਏ ਤਾਂ ਮਮਤਾ ਬੈਨਰਜੀ
ਕੇਵਲ ਅੱਜ ਹੀ ਚਰਚਾ ਦਾ ਵਿਸ਼ਾ ਨਹੀਂ ਬਣੀ ਕਿ ਉਹ ਤੀਜੀ ਵਾਰੀ ਹੈਟ੍ਰਿਕ ਕਰਕੇ ਵੈਸਟ ਬੰਗਾਲ ਦੇ ਵਿੱਚ ਉਹ ਸਰਕਾਰ ਬਣਾ ਰਹੀ ਹੈ ਆਪਣੀ। ਅਗਰ ਮਮਤਾ ਬੈਨਰਜੀ ਦਾ ਤੁਸੀਂ ਜੀਵਨ ਦੇਖੋ ਤਾਂ ਉਹ ਸੰਘਰਸ਼ਾਂ ਵਾਲਾ ਜੀਵਨ ਰਿਹਾ, ਔਰ ਉਸ ਸੰਘਰਸ਼ਾਂ ਚੋਂ ਆਪਾਂ ਕਹਿ ਸਕਦੇ ਕਿ ਨਿਕਲੀ ਲੀਡਰ ਜਿਸ ਨੇ ਆਪਣੇ ਆਧਾਰ ਤੇ ਆਪਣੇ ਆਪ ਨੂੰ ਇੱਥੋਂ ਸਥਾਪਿਤ ਕੀਤਾ। 1955 ਨੂੰ ਉਹਦਾ ਜਨਮ ਹੁੰਦਾ, 17 ਸਾਲ ਦੀ ਉਮਰ 'ਚ ਜਦੋਂ ਹੁੰਦੀ ਹੈ ਉਸਦੇ ਫਾਦਰ ਦੀ ਡੈਥ ਹੋ ਜਾਂਦੀ ਹੈ, ਔਰ ਲਾਈਮਲਾਈਟ ਦੇ ਵਿੱਚ 1970 'ਚ ਉਹ ਕਾਂਗਰਸ ਪਾਰਟੀ ਨੂੰ ਜੁਆਇਨ ਕਰਦੀ ਹੈ। ਔਰ ਉਸ ਸਮੇਂ 1975 ਦੇ ਵਿੱਚ 76 ਦੇ ਵਿੱਚ ਜਦੋਂ ਜੈ ਪ੍ਰਕਾਸ਼ ਨਾਰਾਇਣ ਉੱਥੇ ਜਾਂਦਾ, ਉਸ ਵਕਤ ਲਾਈਮਲਾਈਟ 'ਚ ਆਉਂਦੀ ਹੈ ਕਿ ਜਦੋਂ ਉਹ ਉਸ ਦੀ ਕਾਰ ਦੇ ਉੱਤੇ ਚੜ੍ਹ ਕੇ ਇੱਕ ਵਿਰੋਧ ਵਜੋਂ ਇੱਕ ਡਾਂਸ ਕਰਦੀ ਹੈ, ਤਾਂ ਫਿਰ ਉਹ ਅੱਖਾਂ ਦੇ ਵਿੱਚ ਆਉਂਦੀ ਹੈ ਕਾਂਗਰਸ ਪਾਰਟੀ ਦੇ ਉੱਚ ਨੇਤਾਵਾਂ ਦਾ। ਫਿਰ ਉਸਦਾ ਜਿਹੜਾ ਸਫ਼ਰ ਹੈ, ਰਾਜਸੀ ਸਫ਼ਰ 1984 'ਚੋਂ ਸ਼ੁਰੂ ਹੁੰਦਾ, ਔਰ ਸਟਾਰਟਿੰਗ ਦੇ ਉੱਤੇ ਹੀ ਉਹ ਇੱਕ ਜਿਹੜਾ CPM ਦਾ ਦਿੱਗਜ ਨੇਤਾ ਸੋਮਨਾਥ ਚੈਟਰਜੀ ਉਹਨੂੰ ਹਰਾ ਕੇ ਉਹ ਸੰਸਦ ਦੇ ਵਿੱਚ ਪਹੁੰਚਦੀ ਹੈ। ਔਰ ਦੇਖੋ ਉਸ ਤੋਂ ਮਗਰੋਂ ਕੇਵਲ ਆਪਣੇ ਰਾਜਨੀਤਿਕ ਜੀਵਨ 'ਚੋਂ ਇੱਕ ਵਾਰੀ 89 'ਚ ਹਾਰਦੀ ਹੈ। ਉਸ ਤੋਂ ਬਾਅਦ ਉਹ PV ਨਰਸਿਮਹਾ ਰਾਓ ਦੀ ਸਰਕਾਰ 'ਚ ਮੰਤਰੀ ਬਣਦੀ ਹੈ। ਉਸ ਤੋਂ ਬਾਅਦ ਉਹ ਹੌਲੀ ਹੌਲੀ NDA ਵੱਲ ਵੀ ਜਾਂਦੀ ਹੈ। NDA ਦੇ ਵਿੱਚ ਵੀ ਉਹ ਸਭ ਤੋਂ ਪਹਿਲਾਂ ਜਿਹੜੀ ਇੱਕ ਭਾਰਤੀ ਰਾਜਨੀਤੀ ਦੇ ਵਿੱਚ ਪਹਿਲੀ ਮਿਸਾਲ, ਪਹਿਲੀ ਮਹਿਲਾ, ਉਹ ਰੇਲਵੇ ਮੰਤਰੀ ਬਣਦੀ NDA ਦੀ ਸਰਕਾਰ ਦੇ ਵਿੱਚ ਵੀ, ਵਾਜਪਾਈ ਸਰਕਾਰ 'ਚ ਵੀ। ਤਾਂ ਫਿਰ ਉੱਥੇ ਵੀ ਉਹਦਾ ਜਿਹੜਾ ਵਿਰੋਧ ਹੁੰਦਾ, ਉਹ ਮਤਲਬ ਵਿਰੋਧ ਕਰਦੀ ਹੈ। ਜਦੋਂ ਪੈਟਰੋਲੀਅਮ ਦੀਆਂ ਕੀਮਤਾਂ ਵੱਧਦੀਆਂ ਨੇ ਤਾਂ ਪੈਟਰੋਲ ਦੀਆਂ ਕੀਮਤਾਂ ਦੇ ਵਿਰੋਧ ਦੇ ਵਿੱਚ ਉਹ ਰਿਜ਼ਾਈਨ ਕਰਦੀ ਹੈ, ਔਰ ਉਸ ਤੋਂ ਮਗਰੋਂ ਉਹ ਜਾ ਕੇ ਫਿਰ UPA ਨਾਲ ਜੁੜਦੀ ਹੈ। UPA ਦੇ ਨਾਲ ਵੀ ਜੁੜ ਕੇ ਉਹ ਫਿਰ ਉੱਥੇ ਵੀ ਰੇਲ ਮੰਤਰੀ ਬਣਦੀ। ਉਹ ਰੇਲ ਮੰਤਰੀ ਬਣਨ ਦੇ ਨਾਲ ਉਸਨੇ ਬੜੇ ਉੱਥੇ ਸੁਧਾਰ ਕੀਤੇ, ਪਰ ਉੱਥੇ ਵੀ ਜਦੋਂ 2011 'ਚ ਉਹ ਵੈਸਟ ਬੰਗਾਲ ਪਹੁੰਚ ਜਾਂਦੀ ਹੈ, ਜਦੋਂ ਆਪਣੇ ਤ੍ਰਿਣਮੂਲ ਕਾਂਗਰਸ ਦੀ ਨੀਂਹ ਰੱਖਣ ਤੋਂ ਪਹਿਲਾਂ UPA 'ਚ ਜਦੋਂ ਆਉਂਦੀ ਹੈ ਤਾਂ ਉਹ ਕਾਂਗਰਸ ਲੀਡਰ ਨੂੰ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਲੀਡਰ ਵਜੋਂ ਆਉਂਦੀ ਹੈ, ਆਪਣੀ ਪਾਰਟੀ ਨੂੰ ਨਾਲ ਲੈ ਕੇ। 2011 'ਚ ਉੱਥੇ ਉਹ ਕਾਂਗਰਸ ਪਾਰਟੀ ਇੱਕ ਹੋਰ ਪਾਰਟੀ ਉਹਦੇ ਨਾਲ ਰਲ ਕੇ ਉਹ ਚੋਣਾਂ ਲੜਦੀ ਹੈ, ਤੇ ਜਿੱਥੇ 227 ਸੀਟਾਂ ਇਸ ਅਲਾਇੰਸ ਨੂੰ ਮਿਲਦੀਆਂ ਨੇ, ਜਿਹਦੇ ਵਿੱਚੋਂ 187 ਸੀਟਾਂ ਜਿਹੜੀਆਂ ਨੇ ਕੱਲੀਆਂ ਜਿਹੜੀਆਂ ਨੇ ਉਹ ਤ੍ਰਿਣਮੂਲ ਕਾਂਗਰਸ ਦੀਆਂ ਨੇ, ਤੇ 27 ਸੀਟਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ, ਇੱਕ ਸੀਟ ਜਿਹੜੀ ਹੋਰ ਪਾਰਟੀ। ਔਰ 2016 'ਚ ਉਹ UPA ਤੋਂ ਵੀ ਟੁੱਟ ਕੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਟੁੱਟ ਕੇ ਆਪਣਾ ਮਜ਼ਬੂਤ ਆਧਾਰ ਬਣਾਉਂਦੀ ਹੈ। ਔਰ ਮੈਂ ਉਹਦੇ ਰਾਜਨੀਤਿਕ 1955 ਤੋਂ ਲੈ ਕੇ ਔਰ 2021 ਤੱਕ ਅਗਰ ਉਸਦੇ ਰਾਜਨੀਤਿਕ ਜੀਵਨ ਨੂੰ ਤੁਸੀਂ ਵੇਖਦੇ ਜੇ ਤਾਂ ਉਸਦਾ ਸਾਰਾ ਜੀਵਨ ਜਿਹੜਾ ਸੰਘਰਸ਼ਾਂ ਦਾ ਜੀਵਨ ਹੈ, ਔਰ ਉਹ ਸੰਘਰਸ਼ਾਂ 'ਚੋਂ ਉੱਚੀ ਲੀਡਰ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਜਾਂਦਾ ਕਿ ਉਹ ਅੰਦੋਲਨ ਦੀ ਪੈਦਾਵਾਰ। ਅਗਰ ਵੇਖਿਆ ਜਾਏ ਤਾਂ ਉਹ ਵੀ ਸੰਘਰਸ਼ਾਂ ਦੇ ਵਿੱਚ ਉੱਚੀ ਲੀਡਰ ਹੈਗੀ ਆ, ਜਿਹਦਾ ਇੱਕ ਮਜ਼ਬੂਤ ਆਧਾਰ ਵੈਸਟ ਬੰਗਾਲ 'ਚ ਵੀ ਹੈ, ਔਰ ਦੂਸਰੇ ਪਾਸੇ ਹੁਣ ਜਿਹੜੀ ਅੱਜ ਦੀਆਂ ਮੌਜੂਦਾ ਕੰਡੀਸ਼ਨਸ ਨੇ, ਜੇ ਸਥਿਤੀਆਂ ਨੇ, ਉਹਦੇ ਵਿੱਚ ਉਸਨੇ ਆਪਣੇ ਉਸ ਆਧਾਰ ਨੂੰ ਪੇਸ਼ ਕੀਤਾ ਕਿ ਜਿਹੜਾ ਕੋਈ ਬੰਦਾ ਨਹੀਂ ਵੀ ਵੇਖਦਾ ਸੀ ਉਹਨੂੰ ਵੀ ਮਮਤਾ ਬੈਨਰਜੀ ਨੂੰ ਇੱਕ ਵਾਰੀ ਸਮਝਣ ਵਾਸਤੇ, ਇੱਕ ਵਾਰੀ ਵੇਖਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਕਿ ਇਹ ਕਿਹੜੀ ਲੀਡਰ ਆ ਕਿ ਜਿਹੜੀ ਨੇਤਾ ਇਹੋ ਜਿਹੇ ਬੰਦੇ ਦਾ ਰੱਥ ਰੋਕ ਸਕਦੀ ਆ ਕਿ ਜਿਹੜੇ ਜੀਵਨ ਦੇ ਸ਼ਬਦਕੋਸ਼ ਦੇ ਵਿੱਚ ਹਾਰ ਜਿਹੜੀ ਲਿਖੀ ਨਹੀਂ, ਹਾਰ ਨੂੰ ਸਵੀਕਾਰ ਕਰਨਾ ਲਿਖਿਆ ਹੀ ਨਹੀਂ ਹੈ। ਪਰ ਉਸਨੇ ਇਹੋ ਜਿਹੀ ਇੱਕ ਸਥਿਤੀ ਸਿਰਜ ਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਦਿੱਗਜ ਨੇਤਾ ਨੇ ਉਹਨਾਂ ਨੂੰ ਵੀ ਸੋਚਣ ਨੂੰ ਮਜਬੂਰ ਕਰ ਦਿੱਤਾ ਕਿ ਕੇਵਲ ਜੈ ਸ਼੍ਰੀ ਰਾਮ ਕਹਿਣ ਦੇ ਨਾਲ ਹੀ ਜਿਹੜੀ ਆ ਉਹ ਤੁਸੀਂ ਸੱਤਾ ਦੇ ਲਾਗੇ ਨਹੀਂ ਪਹੁੰਚ ਸਕਦੇ, ਪ੍ਰਾਪਤ ਕਰ ਸਕਦੇ, ਲੋਕਾਂ ਦੇ ਲਈ ਜਿੱਤ ਸਕਦੇ। ਮਤਲਬ ਤੁਸੀਂ ਸੱਤਾ ਦੇ ਲਾਗੇ ਨਹੀਂ ਪਹੁੰਚ ਸਕਦੇ। ਸੱਤਾ ਦੇ ਲਾਗੇ ਜੇ ਪਹੁੰਚ ਤਾਂ ਲੋਕਾਂ ਦੇ ਹਿੱਤਾਂ ਦੀ, ਲੋਕਾਂ ਦੇ ਹੱਕਾਂ ਦੀ ਗੱਲ ਕਹੂੰਗਾ, ਲੋਕਾਂ ਨੂੰ ਆਮ ਵਿਚਰਨਾ ਪਏਗਾ। ਹੁਣ ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਕਿ UPA ਦੀ ਗੱਲ ਜਿਹੜੀ ਹੈ ਇਹ ਚੇਅਰਪਰਸਨ ਨੂੰ ਬਦਲ ਕੇ ਇਹਦੀ ਗੱਲ ਜਿਹੜੀ ਹੋ ਰਹੀ ਹੈ, ਦੇਖੋ ਇਸ ਵੇਲੇ UPA ਦੇ ਵਿੱਚ ਕੇਵਲ 12 ਪਾਰਟੀਆਂ ਨੇ ਜਿਹੜੀਆਂ ਇਸ ਵੇਲੇ ਚੱਲਦੀਆਂ ਪਈਆਂ ਨੇ, ਔਰ ਉਹਦੇ ਵਿੱਚ ਵੀ ਜਿਹੜੀਆਂ 12 ਪਾਰਟੀਆਂ ਨਾ ਉਹਦੇ ਵਿੱਚ ਤ੍ਰਿਣਮੂਲ ਕਾਂਗਰਸ ਪਾਰਟੀ ਨਹੀਂ ਹੈਗੀ। ਤੇ ਜਿਹੜੀਆਂ 12 ਪਾਰਟੀਆਂ ਨੇ ਜਿਹੜੀਆਂ UPA ਦੇ ਨਾਲ ਨੇ, ਉਹਨਾਂ ਦੇ ਵਿੱਚੋਂ ਕੇਵਲ NCP ਪਾਰਟੀ ਇਸ ਤਰ੍ਹਾਂ ਦੀ ਆ ਕਿ ਜਿਹੜੇ 5 ਜਿਹੜੇ ਨੇ MP ਜਿਹੜੇ ਨੇ ਉਹ ਦਿੱਲੀ ਦੇ ਵਿੱਚ ਭਾਰਤ ਮੌਜੂਦ ਨੇ। ਬਾਕੀ ਜਿਹੜੀਆਂ RJD ਹੈ ਜਾਂ ਹੋਰ ਤੇਲਗੂ ਦੇਸਮ ਪਾਰਟੀ, ਉਹਨਾਂ ਦੀ ਹਾਲਤ UPA ਦੇ ਵਿੱਚ ਬੜੀ ਮਾੜੀ ਹੈ। ਔਰ ਵੱਡੀ ਗੱਲ ਇਹ ਹੈ ਕਿ UPA ਦੇ ਵਿੱਚ ਜੇਕਰ ਮਮਤਾ ਬੈਨਰਜੀ ਆਉਂਦੀ ਹੈ, ਕਿਉਂਕਿ ਇਹ ਕੁਝ ਸਮਝ ਨਹੀਂ ਆ ਰਿਹਾ, ਇਹ ਕੇਵਲ ਸ਼ਰਦ ਪਵਾਰ ਦੀ ਇੱਕ ਸੁਪਨਾ ਹੋ ਸਕਦਾ ਕਿ ਉਹ ਆ ਜਾਵੇ ਇਹਦੇ ਵਿੱਚ, ਇਸ ਪਾਰਟੀ ਦੀ UP ਦੀ। ਪਰ ਕਹਿੰਦੇ ਇਹ ਸੁਣਨ ਦੇ ਵਿੱਚ ਇਹ ਵੀ ਆਇਆ ਜਿਹੜੇ G23 ਨੇ, ਜਿਨ੍ਹਾਂ ਦੇ ਵੱਲੋਂ ਆਪਣੇ ਆਪ ਨੂੰ ਗਾਂਧੀ 23 ਦਾ ਰੂਪ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਗੁਲਾਮ ਨਬੀ ਆਜ਼ਾਦ ਤੇ ਜਿਹੜੇ ਕਪਿਲ ਸਿੱਬਲ ਹੋਣੀ ਵਰਗੇ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਦੇ, ਉਹ ਜਿਹੜੇ ਕਾਂਗਰਸ ਹਾਈ ਕਮਾਨ ਤੋਂ ਸੀਨੀਅਰ ਨੇ ਤੇ ਕਾਂਗਰਸ ਹਾਈ ਕਮਾਨ ਤੋਂ ਦੁਖੀ ਵੀ ਨੇ, ਉਹਨਾਂ ਦੇ ਵੱਲੋਂ ਵੀ ਕਹਿੰਦੇ ਅੰਦਰ ਖਾਤੇ ਜਿਹੜਾ ਇਹ ਕਵਾਇਦ ਸ਼ੁਰੂ ਕੀਤੀ ਹੋਈ ਹੈ। ਇਹ ਅੰਦਰ ਖਾਤੇ ਇਹ ਕਵਾਇਦ ਸ਼ੁਰੂ ਹੋ ਸਕਦੀ ਆ, ਪਰ ਇਹਦੇ ਵਿੱਚ ਜਿਹੜਾ ਆਪਸੀ ਟਕਰਾਓ ਜਿਹੜੀ
ਹਉਮੈ ਦੀ ਜੰਗ ਨਾ ਉਹ ਸਾਨੂੰ ਵੇਖਣ ਨੂੰ ਮਿਲੇਗੀ, ਕਿਉਂਕਿ ਕਿਸੇ ਵੀ ਸੂਰਤ ਦੇ ਵਿੱਚ ਅਗਰ ਜਿਹੜੀ ਆਪਾਂ ਮੈਂ ਸ਼ਾਇਦ ਮੇਰੀ ਗੱਲ ਫਿਰ ਦੂਜੇ ਟਰੈਕ ਤੇ ਚਲੇ ਜਾਵੇਗੀ, ਜਦੋਂ ਤੁਸੀਂ ਮਮਤਾ ਬੈਨਰਜੀ ਔਰ ਸੋਨੀਆ ਗਾਂਧੀ ਦੇ ਪ੍ਰੋਫਾਈਲ ਨੂੰ ਵੇਖਦੇ ਜੇ ਤਾਂ ਉਹਦੇ ਵਿੱਚ ਜਿਹੜਾ ਸੋਨੀਆ ਗਾਂਧੀ ਦਾ ਪ੍ਰੋਫਾਈਲ ਆ ਮਮਤਾ ਬੈਨਰਜੀ ਦੇ ਮੁਕਾਬਲੇ ਬਹੁਤ ਨੀਵਾਂ, ਕੇਵਲ ਔਰ ਕੇਵਲ ਸਿਰਫ ਇਸ ਕਰਕੇ ਸੋਨੀਆ ਉਹਦੇ ਵਿੱਚ ਮਜ਼ਬੂਤ ਆਧਾਰ ਆ ਕਿਉਂਕਿ ਉਹ ਕਾਂਗਰਸ ਦੀ ਪਾਰਟੀ ਹੈ। ਕਾਂਗਰਸ ਪਾਰਟੀ ਇੱਕ ਪੁਰਾਣੀ ਹੈ ਜਿਸ ਨੇ ਅੱਧੀ ਸਦੀ ਤੋਂ ਵੱਧ ਦੇਸ਼ ਤੇ ਰਾਜ ਕੀਤਾ। ਔਰ ਦੇਖੋ ਇਹੋ ਜਿਹੇ ਸੰਦਰਭ ਦੇ ਵਿੱਚ ਕਿਸੇ ਵੀ ਸਥਿਤੀ ਦੇ ਵਿੱਚ ਸੋਨੀਆ ਜਿਹੜੀ ਉਹ ਕਦੇ ਨਹੀਂ ਇਹ ਚਾਹੇਗੀ ਕਿ ਜਿਹੜੀ ਯੂਪੀਏ ਦੀ ਜਿਹੜੀ ਚੇਅਰਪਰਸਨ ਦੀ ਜਿਹੜੀ ਚੇਅਰ ਆ ਉਸ ਨੂੰ ਛੱਡਣੀ ਪਵੇ, ਕਿਉਂ ਉਹਦੇ ਬੜੇ ਕਾਰਨ ਨੇ। ਕਿਉਂਕਿ ਉਹਦਾ ਇੱਕ ਪੁੱਤਰ ਬਹੁ ਜਿਹੜਾ ਹੈ ਉਹ ਇੱਕ ਨਾਲ ਚੱਲ ਰਿਹਾ। ਬਾਕੀ ਤੁਸੀਂ ਜਿਹਨਾਂ ਬੰਦੇ ਦੀ ਗੱਲ ਕਰ ਰਹੇ ਜੇ ਗੁਲਾਮ ਨਬੀ ਆਜ਼ਾਦ ਹੈ ਜਾਂ ਆਪਣੇ ਕਪਿਲ ਸਿੱਬਲ ਆ ਜਾਂ ਕੁਝ ਹੋਰ ਬੰਦੇ ਨੇ, ਦੇਖੋ ਇਹ ਬੰਦੇ ਅੱਜ ਤੱਕ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੂੰ ਬਦਲਣ ਵਾਸਤੇ ਵੀ ਬੜੇ ਯਤਨਸ਼ੀਲ ਰਹੇ ਨੇ ਕਿ ਪ੍ਰਧਾਨ ਕੋਈ ਆਏ, ਪਰ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਗਾਂਧੀ ਪਰਿਵਾਰ ਦੇ ਪਰਛਾਵੇਂ ਤੋਂ ਕਾਂਗਰਸ ਪਾਰਟੀ ਨੂੰ ਮੁਕਤ ਨਹੀਂ ਕਰਾ ਸਕਦੇ। ਤਾਂ ਜੇਕਰ ਇਹਨਾਂ ਸੰਦਰਭਾਂ ਦੇ ਵਿੱਚ ਉਹ ਇੱਕ ਪ੍ਰਧਾਨ ਦੀ ਚੇਅਰ ਤੋਂ, ਕਾਂਗਰਸੀ ਪ੍ਰਧਾਨਗੀ ਦੀ ਚੇਅਰ ਤੋਂ ਜੇਕਰ ਗਾਂਧੀ ਪਰਿਵਾਰ ਨੂੰ ਅੱਜ ਤੁਸੀਂ ਬਾਹਰ ਦਾ ਰਸਤਾ ਨਹੀਂ ਲਗਾ ਸਕੇ ਤੇ ਇੱਕ ਚੇਅਰਪਰਸਨ ਦੀ ਚੇਅਰ ਤੇ ਤੁਸੀਂ ਮਮਤਾ ਬੈਨਰਜੀ ਨੂੰ ਕਿਵੇਂ ਕੰਸੀਡਰ ਕਰਾ ਦੋਗੇ? ਇਹ ਪ੍ਰਸ਼ਨ ਇੱਕ ਸਮੇਂ ਦੀ ਮੰਗ ਹੈ। ਜੇ ਸਥਿਤੀਆਂ ਪਤਾ ਨਹੀਂ ਕਿਸ ਕਰਵਟ ਬੈਠਦੀਆਂ, ਦੇਖੋ ਇਹਦੇ ਨਾਲੋਂ ਬੈਟਰ ਇਹ ਆ ਕਿ ਇਹ ਹੋ ਸਕਦਾ ਕਿ ਯੂਪੀਏ ਵੀ ਟੁੱਟ ਜਾਵੇ। ਯੂਪੀਏ ਵੀ ਟੁੱਟ ਸਕਦਾ, ਉਹਦਾ ਕਾਰਨ ਆ ਕਿਉਂਕਿ ਯੂਪੀਏ 'ਚ ਉਹ 12 ਪਾਰਟੀਆਂ ਨੇ ਜਿਨ੍ਹਾਂ ਦਾ ਆਧਾਰ ਕੇਵਲ ਔਰ ਕੇਵਲ ਬਹੁਤ ਸੀਮਿਤ ਰਹਿ ਗਿਆ। ਦੂਜੇ ਪਾਸੇ ਦੇਖੋ ਅਜੇ ਬੜੀਆਂ ਦੂਸਰੀਆਂ ਪਾਰਟੀਆਂ ਨੇ ਜਿਹਨੂੰ ਅਸੀਂ ਤੀਜਾ ਫਰੰਟ ਕਹਿ ਸਕਦੇ। ਜੇਕਰ ਤੀਜਾ ਫਰੰਟ ਹੀ ਮਮਤਾ ਬੈਨਰਜੀ ਨੂੰ ਅੱਗੇ ਲੈ ਕੇ ਆਉਂਦਾ ਤਾਂ ਉਹਦੇ ਵਿੱਚ ਜਿਹੜੀ ਪੋਸੀਬਿਲਿਟੀ ਹੈ ਉਹ ਵੱਧਦੀ ਹੈ। ਜਿਵੇਂ ਸਮਾਜਵਾਦੀ ਪਾਰਟੀ ਹੈ, ਬੀਬੀ ਮਾਇਆਵਤੀ ਦੀ ਪਾਰਟੀ ਹੈ, ਕੁਝ ਹੋਰ ਪਾਰਟੀਆਂ ਨੇ, ਈਵਨ ਕਿ ਸ਼੍ਰੋਮਣੀ ਅਕਾਲੀ ਦਲ ਵੀ ਹੋ ਸਕਦਾ ਕਿ ਇਹ ਵੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਇਹ ਪੋਜੀਸ਼ਨ ਆ ਕਿ ਯੂਪੀਏ ਨਾਲ ਉਹ ਜਾ ਨਹੀਂ ਸਕਦਾ, ਐਨਡੀਏ ਨਾਲ ਉਹਦਾ ਤੋੜ ਵਿਛੋੜਾ ਹੋ ਗਿਆ, ਤਾਂ ਉਸ ਫਰੰਟ ਤੇ ਜਾ ਕੇ ਰਾਸ਼ਟਰੀ ਫਰੰਟ ਤੇ ਆਪਣੀ ਹੋਂਦ ਨੂੰ ਤਾਂ ਕਾਇਮ ਰੱਖਣਾ ਨਾ। ਇਹ ਹੋ ਸਕਦਾ ਕਿ ਠੀਕ ਹੈ ਮਮਤਾ ਬੈਨਰਜੀ ਨੂੰ ਨਾਲ ਚੱਲ ਪਏ ਨੈਸ਼ਨਲ ਕਾਨਫਰੰਸ ਹੈ। ਹੁਣ ਦੂਜੇ ਪਾਸੇ ਜਿਹੜੀ ਪੀਡੀਐਫ ਹੈ ਉਹ ਵੀ ਯੂਪੀਏ ਦੇ ਵਿੱਚ ਜਾ ਸਕਦੀ, ਤੇ ਉਹ ਦੂਸਰੇ ਪਾਸੇ ਮਮਤਾ ਬੈਨਰਜੀ ਦਾ ਕਿਸ ਤਰੀਕੇ ਨਾਲ ਉਹ ਸਾਥ ਦੇਣਗੇ ਜਾਂ ਕਿਸ ਤਰੀਕੇ ਨੈਸ਼ਨਲ ਕਾਨਫਰੰਸ, ਇੱਕ ਪਾਸੇ ਦੋਵਾਂ ਨੈਸ਼ਨਲ ਕਾਨਫਰੰਸ ਔਰ ਪੀਡੀਐਫ ਦਾ JNK ਦੇ ਵਿੱਚ ਆਪਸੀ ਟਕਰਾਓ ਹੈਗਾ, ਤਾਂ ਰਾਸ਼ਟਰੀ ਪੱਧਰ ਤੇ ਕਿਸ ਤਰੀਕੇ ਨਾਲ ਉਹ ਇਹਦੇ ਨਾਲ ਚੱਲਣਗੇ। ਸੋ ਅਜੇ ਬੜੀਆਂ ਸਥਿਤੀਆਂ ਕੁਝ ਇਸ ਤਰ੍ਹਾਂ ਦੀਆਂ ਨੇ ਕਿ ਜਿਨ੍ਹਾਂ ਦੇ ਸੰਦਰਭ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਫੈਸਲਾ ਤੁਰੰਤ ਹੋ ਜਾਏਗਾ। ਇਹ ਹੋ ਸਕਦਾ, ਇਹ ਗੱਲ ਹੋ ਸਕਦੀ ਆ ਕਿ ਜਿਹੜਾ ਇੱਕ ਤੀਜਾ ਫਰੰਟ ਦੇਸ਼ ਦੇ ਵਿੱਚ ਲੋੜੀਂਦਾ ਹੈ ਉਹ ਫਰੰਟ ਦੀ ਅਗਵਾਈ ਜਿਹੜੀ ਆ ਬੀਬੀ ਮਮਤਾ ਬੈਨਰਜੀ ਕਰ ਸਕਦੀ ਹੈ। ਦੇਖੋ ਇੱਕ ਗੱਲ ਹੋਰ ਦੱਸਾਂ ਕਿ ਯੂਪੀਏ ਦਾ ਹੁਣ ਜਿਹੜਾ ਜਿਹੜਾ ਭਵਿੱਖ ਆ ਉਹ ਸਾਹਮਣੇ ਨਜ਼ਰ ਹੀ ਨਹੀਂ ਆ ਰਿਹਾ। ਕੇਵਲ ਔਰ ਕੇਵਲ ਜੇਕਰ ਮਮਤਾ ਬੈਨਰਜੀ ਵਰਗਾ ਕੋਈ ਲੀਡਰ ਉਹਨਾਂ ਨੂੰ ਮਿਲ ਜਾਵੇ ਤਾਂ ਆਕਸੀਜਨ ਦੇ ਤੌਰ ਤੇ ਯੂਪੀਏ ਵਾਸਤੇ ਕੰਮ ਆ ਸਕਦਾ ਕਿ ਨਹੀਂ ਉਹ? ਕਿਉਂਕਿ ਜਿਸ ਤਰੀਕੇ ਦੇ ਨਾਲ ਯੂਪੀਏ ਦੇ ਮੁਖੀ ਹੋਣ ਦੇ ਨਾਤੇ ਕਾਂਗਰਸ ਦੀ ਹਾਈ ਕਮਾਨ ਨੂੰ ਇਹ ਜਿਹੜਾ ਹੈਗਾ, ਕਾਂਗਰਸ ਹਾਈ ਕਮਾਨ ਆਪਾਂ ਸੋਨੀਆ ਗਾਂਧੀ ਦੀ ਗੱਲ ਕਰ ਰਹੇ ਹਾਂ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਯੂਪੀਏ ਦੇ ਮੁਖੀ ਹੋਣ ਦੇ ਨਾਤੇ ਮੁੱਦੇ ਚੁੱਕਣੇ ਚਾਹੀਦੇ ਸੀ ਸੰਜੀਦਾ ਹੋ ਕੇ, ਸਰਕਾਰ ਦੇ ਅੱਗੇ, ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਲੋਕਾਂ ਅੱਗੇ ਰੱਖਣੀਆਂ ਚਾਹੀਦੀਆਂ ਸੀ, ਉਸ ਤਰੀਕੇ ਦੇ ਨਾਲ ਰੱਖਣ ਦੇ ਵਿੱਚ ਨਾਕਾਮਯਾਬ ਹੈ। ਇਸ ਵਕਤ ਤੁਸੀਂ ਆਪਾਂ ਦੇਖ ਸਕਦੇ ਕਿ ਦੇਸ਼ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਤਾਂ ਕਿਤੇ ਵੀ ਕਾਂਗਰਸ ਦੀ ਜਿਹੜੀ ਹਾਈ ਕਮਾਨ ਦਾ ਕੋਈ ਬਿਆਨ ਜਾਂ ਕੋਈ ਵੱਡੇ ਲੈਵਲ ਦਾ ਕੋਈ ਪ੍ਰਦਰਸ਼ਨ ਜਿਹੜਾ ਉਹ ਸਾਨੂੰ ਦੇਖਿਆ ਨਹੀਂ ਕਿਤੇ। ਨਹੀਂ, ਮੈਂ ਇਹੋ ਗੱਲ ਕਰ ਰਿਹਾ ਨਾ ਕਿ ਦੇਖੋ ਕਿ ਜਿੰਨਾ ਚਿਰ ਤੱਕ ਯੂਪੀਏ ਦੇ ਵਿੱਚੋਂ ਕਾਂਗਰਸ ਪਾਰਟੀ ਮੀਨਸ ਸੋਨੀਆ ਗਾਂਧੀ ਜਿੰਨਾ ਚਿਰ ਤੱਕ ਉਹ ਪ੍ਰਧਾਨਗੀ ਦੀ ਚੇਅਰ ਤੇ ਹੈ, ਉਹਨਾਂ ਚਿਰ ਤੱਕ ਯੂਪੀਏ ਦਾ ਜਿਹੜਾ ਫਿਊਚਰ ਹੈ ਉਹ ਮਮਤਾ ਬੈਨਰਜੀ ਦੀ ਅਗਵਾਈ 'ਚ ਨਹੀਂ ਹੋ ਸਕਦਾ। ਬੇਸ਼ੱਕ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਜ਼ੋਰ ਲਾ ਲੈਣ, ਕਿਉਂਕਿ ਮਮਤਾ ਜਿਹੜੀ ਬੀਬੀ ਸੋਨੀਆ ਗਾਂਧੀ ਜਾਂ ਕਾਂਗਰਸ ਪਾਰਟੀ ਉਹ ਕਦੇ ਨਹੀਂ ਚਾਹੇਗੀ ਕਿ ਜਿਹੜੀ ਤਾਕਤ ਜਿਹੜੀ ਹੈ, ਪਾਵਰ ਜਿਹੜੀ ਉਹਦੇ ਹੱਥ ਵਿੱਚੋਂ ਨਿਕਲ ਜਾਵੇ। ਦੂਸਰੇ ਪਾਸੇ ਜਿਹੜਾ ਮਮਤਾ ਬੈਨਰਜੀ ਦਾ ਤੀਸਰਾ ਫਰੰਟ ਆ ਉਹ ਉਹਨੂੰ ਆਪਣੀ ਅਗਵਾਈ ਦੇ ਵਿੱਚ ਅੱਗੇ ਲਾ ਸਕਦਾ। ਇਹ ਹੋ ਸਕਦਾ ਕਿ ਜੇਕਰ ਯੂਪੀਏ ਦੀਆਂ ਪਾਰਟੀਆਂ ਜਾਂ ਯੂਪੀਏ ਦੀ ਚੇਅਰਪਰਸਨ ਇਸ ਮੁੱਦੇ 'ਤੇ ਦੂਜੀਆਂ ਪਾਰਟੀਆਂ ਨਾਲ ਸਹਿਮਤ ਨਹੀਂ, ਤਾਂ ਇਹ ਹੋ ਸਕਦਾ ਕਿ ਯੂਪੀਏ ਦੇ ਵਿੱਚ ਵੀ ਤਰੇੜ ਜਿਹੜੀ ਪੈ ਜਾਵੇ ਉਹ ਪਾਰਟੀ ਬੀਬੀ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਆਪਣੇ ਚਲੀਆਂ ਜਾਣ। ਇੱਦਾਂ ਦੀ ਪੋਸੀਬਿਲਿਟੀ ਹੈਗੀ ਆ। ਤੁਸੀਂ ਇਸ ਤਰ੍ਹਾਂ ਕਹਿ ਸਕਦੇ ਜੇ ਕਿ ਦੇਖੋ ਕਿ ਯੂਪੀਏ ਵੀ ਅੱਜ ਦੇ ਸੰਦਰਭ 'ਚ ਟੁੱਟ ਸਕਦੀ ਹੈ। ਉਹਦਾ ਕਾਰਨ ਕੀ? ਉਸ ਦਾ ਕਾਰਨ ਕੇਵਲ ਔਰ ਕੇਵਲ ਇਹ ਆ ਕਿ ਜੋ ਸੋਨੀਆ ਗਾਂਧੀ, ਕਾਂਗਰਸ ਪਾਰਟੀ ਦੇ ਜਿਹੜੇ ਤਿੰਨ ਬੰਦੇ ਨੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਔਰ ਪ੍ਰਿਅੰਕਾ ਗਾਂਧੀ, ਉਹ ਕਦੇ ਵੀ ਚਾਹੁੰਗੇ ਕਿ ਜਿਹੜੀ ਇਹ ਚੇਅਰਪਰਸਨ ਦੀ ਚੇਅਰ ਤੇ ਕੋਈ ਹੋਰ ਬੰਦਾ ਆ ਜਾਏ। ਪਰ ਦੂਜੇ ਪਾਸੇ ਜਿਹੜੀ ਇਹਦੇ ਨਾਲ ਸੰਬੰਧਿਤ ਜਿਸ ਤਰ੍ਹਾਂ ਸ਼ਰਦ ਪਵਾਰ ਦਾ ਨਾਂ ਲਿਆ,
ਜਾਂ ਦੂਜੇ ਹੋਰ ਇੱਕ ਦੋ ਲੀਡਰ ਜਿਹੜੇ ਨੇ, ਜਿਹੜੇ ਹੋ ਸਕਦੇ ਹੁਣ ਲਾਲੂ ਪ੍ਰਸਾਦ ਯਾਦਵ ਵੀ ਜਿਹੜੀ ਹੈਗੀ ਉਹਦਾ ਆਪਣਾ ਆਧਾਰ ਕੋਈ ਨਹੀਂ, ਉਹ ਕੀ ਕਰੂਗਾ? ਇਹਦੇ ਵਿੱਚ ਤਾਂ ਕੇਵਲ ਉਹ ਬੰਦੇ ਗੱਲ ਕਰਨਗੇ ਜਿਨ੍ਹਾਂ ਦਾ ਕੋਈ ਆਪਣਾ ਆਧਾਰ ਹੋ ਸਕਦਾ। ਔਰ ਦੇਖੋ ਰਾਜਨੀਤੀ ਦੇ ਪਰ ਵਿੱਚ ਲਾਲੂ ਦੇ ਬੇਟੇ ਨੇ ਵੀ ਆਪਣੀ ਪਾਰਟੀ ਦੇ ਵੱਲੋਂ ਉੱਥੇ ਤਕੜੀ ਟੱਕਰ ਜਿਹੜੀ ਦਿੱਤੀ ਸੀ ਨਿਤਿਸ਼ ਕੁਮਾਰ ਹੋਣਾ ਨੂੰ। ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ, ਨਹੀਂ ਉਹ ਦਿੱਤੀ ਤਾਂ ਹੈ, ਟੱਕਰ ਦਿੱਤੀ, ਪਰ ਸਿੱਟਾ ਤਾਂ ਅਖੀਰ ਤੇ ਫਿਰ ਵੇਖੋ ਟੱਕਰ ਦੇਣ ਦੀ ਗੱਲ ਨਹੀਂ, ਗੱਲ ਤੇ ਜਿੱਤ ਦਾ ਸਿਹਰਾ ਬਣਨ ਦੀ ਹੁੰਦੀ ਹੈ। ਗੱਲ ਜਿੱਤ ਦਾ ਸਿਹਰਾ, ਉਹ ਸਵਾਲ ਵੀ ਬਹੁਤ ਉੱਠੇ ਸੀ ਨਾ ਕਿ ਹੋ ਸਕਦਾ ਕਿ ਉਹਨੂੰ ਧੋਖੇ ਧੜੀ ਦੇ ਨਾਲ ਹਰਾਇਆ ਹੋਵੇ, ਯਾਨੀ ਬਹੁਤ ਜ਼ਿਆਦਾ ਸਵਾਲ ਜਿਹੜੀ ਜਿੱਥੇ ਜਿਵੇਂ ਇਸ ਤਰੀਕੇ ਦੇ ਨਾਲ ਇੱਥੇ ਸਭ ਤਰੀਕੇ ਜਿਹੜੇ ਵਰਤੇ ਗਏ ਸੀ ਸਰਕਾਰ ਦੇ ਵੱਲੋਂ ਬੰਗਾਲ ਦੇ ਵਿੱਚ, ਉਸੇ ਤਰੀਕੇ ਦੇ ਜਿਹੜੇ ਬਿਹਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਤਰੀਕੇ ਵਰਤੇ ਗਏ ਸੀ, ਜਿਸ ਤੋਂ ਬਾਅਦ ਚੋਣਾਂ ਤੋਂ ਬਹੁਤ ਸਮਾਂ ਬਾਅਦ ਤੱਕ ਜਿਹੜਾ ਬਾਹਰਲੇ ਦੇਸ਼ਾਂ ਦੇ ਜਿਹੜੇ ਲੀਡਰ ਸੀਗੇ ਜਾਂ ਬਾਹਰਲੇ ਸੂਬਿਆਂ ਦੇ ਲੀਡਰ ਵੀ ਸੀ, ਉਹ ਵੀ ਜਿਹੜੇ ਮਜਬੂਰ ਹੋ ਗਏ ਸੀ ਤੇਜਸਵੀ ਯਾਦਵ ਦੀ ਜਿਹੜੀ ਤਾਰੀਫ ਕਰਦੇ ਨੇ। ਜੀ ਬਿਲਕੁਲ, ਇਹ ਤੁਹਾਡੀ ਗੱਲ ਮੈਂ ਪੂਰਨ ਤੌਰ ਤੇ ਸਹਿਮਤ ਹਾਂ ਕਿ ਉਸਨੇ ਇੱਕ ਜ਼ਬਰਦਸਤੀ ਲੜਾਈ ਦਿੱਤੀ, ਬੜੀ ਫਾਈਟ ਜ਼ਬਰਦਸਤ ਦਿੱਤੀ, ਔਰ ਅੰਤਮ ਪਲਾਂ ਤੱਕ ਇਹ ਕਿਹਾ ਜਾਂਦਾ ਸੀ ਕਿ ਸ਼ਾਇਦ ਤੇਜਸਵੀ ਯਾਦਵ ਦੀ ਜਿਹੜੀ ਹੈ ਸਰਕਾਰ, ਹਾਂ ਉਦੋਂ ਵੀ ਮੰਗ ਉੱਠੀ, ਉਦੋਂ ਵੀ ਇੱਕ ਆਵਾਜ਼ ਉੱਠੀ ਸੀ ਕਿ ਹੋ ਸਕਦਾ ਕਿ ਭਵਿੱਖ ਦੇ ਵਿੱਚ ਤਕੜਾ ਲੀਡਰ ਜਿਹੜਾ ਤੇਜਸਵੀ ਯਾਦਵ ਜਿਹੜਾ ਮੋਦੀ ਨੂੰ ਟੱਕਰ ਦੇਣ ਵਾਲਾ ਬਣ ਸਕਦਾ। ਉਦੋਂ ਵੀ ਤੇਜਸਵੀ ਯਾਦਵ ਬਾਰੇ ਵੀ ਇਹ ਗੱਲ ਉੱਠੀ ਸੀ, ਪਰ ਮਮਤਾ ਬੈਨਰਜੀ ਦਾ ਰੁਤਬਾ ਕਿਤੇ ਉੱਪਰ ਹੈ। ਹਾਂ ਬਿਲਕੁਲ, ਬਿਲਕੁਲ, ਮਤਲਬ ਇਹ ਜਿਸ ਤਰ੍ਹਾਂ ਵੇਖੋ, ਈਵਨ ਕਿ ਤੁਸੀਂ ਅਖਿਲੇਸ਼ ਯਾਦਵ ਦੀ ਗੱਲ ਕਰ ਲਓ, ਉਹ ਲੀਡਰ ਚਾਹੁੰਦੇ ਬਾਵਜੂਦ ਵੀ ਉਸ ਪੱਧਰ ਤੇ ਨਹੀਂ ਪਹੁੰਚ ਸਕਦੇ ਕਿ ਜਿੱਥੇ ਅੱਜ ਮਮਤਾ ਬੈਨਰਜੀ ਦੀ ਇੱਕ ਪਛਾਣ ਜਿਹੜੀ ਉਹ ਸਥਾਪਿਤ ਹੋਈ ਹੈ। ਮੈਂ ਪਹਿਲਾਂ ਗੱਲ ਕੀਤੀ ਕਿਉਂਕਿ ਉਸ ਦਾ ਪਿੱਛੇ ਇੱਕ ਪ੍ਰੋਫਾਈਲ ਜਿਹੜਾ ਉਹ ਬੜਾ ਮਜ਼ਬੂਤ ਆ। ਜੇਕਰ ਤੁਸੀਂ ਅਖਿਲੇਸ਼ ਯਾਦਵ ਦੀ ਗੱਲ ਕਰਦੇ ਜੇ, ਅਖਿਲੇਸ਼ ਯਾਦਵ ਸੋਨੇ ਦਾ ਚਿਮਟਾ ਲੈ ਕੇ ਉਹ ਜਨਮ ਲੈਂਦਾ ਤਾਂ ਰਾਜਨੀਤੀ 'ਚ ਉਹ ਉਤਰਦਾ ਹੈਗਾ। ਤੇਜਸਵੀ ਯਾਦਵ ਉਹਦੀ ਸਥਿਤੀ ਹੋਈ ਹੈ ਕਿਉਂਕਿ ਉਹਦਾ ਫਾਦਰ, ਉਹਦੀ ਮਦਰ ਚੀਫ ਮਿਨਿਸਟਰ। ਪਰ ਦੂਸਰੇ ਪਾਸੇ ਮਮਤਾ ਬੈਨਰਜੀ ਜਿਹੜੀ ਹੈ ਇੱਕ ਜਨ ਸਧਾਰਨ ਪਰਿਵਾਰ ਤੋਂ ਉੱਠ ਕੇ ਤੇ ਜਨ ਸਧਾਰਨ ਦਾ ਜੀਵਨ ਅੱਜ ਉਹ ਬਤੀਤ ਕਰ ਰਹੀ ਆ। ਤਾਂ ਇਸ ਕਰਕੇ ਦੇਖੋ, ਜੋ ਮਰਜ਼ੀ ਆ, ਭਾਰਤ ਦਾ ਜਿਹੜਾ ਵੋਟਰ ਆ ਕੁਝ ਸਮੇਂ ਵਾਸਤੇ ਹੋ ਸਕਦਾ ਕਿ ਉਹ ਲੋਕਾਂ ਦੀਆਂ ਗੱਲਾਂ 'ਚ ਆ ਜੇ, ਪੋਲੀਟੀਕਲ ਪਾਰਟੀਆਂ 'ਚ ਧਰਮ ਦੇ ਮੁੱਦੇ ਤੇ, ਮੰਦਰ ਦੇ ਮੁੱਦੇ ਤੇ ਜਾਂ ਹੋਰ ਮੁੱਦੇ ਤੇ ਉਹ ਆ ਸਕਦਾ, ਪਰ ਫਿਰ ਵੀ ਭਾਰਤ ਦਾ ਜਿਹੜਾ ਵੋਟਰ ਹੈ ਸੂਝਵਾਨ ਵੋਟਰ ਆ। ਔਰ ਦੂਸਰੇ ਬੰਨੇ ਨਵਜੋਤ ਸਿੱਧੂ ਦੀ ਜਿਹੜੀ ਇਹ ਸਟੇਟਮੈਂਟ ਜਿਹੜੀ ਆਈ ਆ, ਇਹ ਸਟੇਟਮੈਂਟ ਭਾਰਤ ਦੇ ਸੂਝਵਾਨ ਵੋਟਰ ਨੂੰ ਇਹ ਸੋਚਣ ਵਾਸਤੇ ਮਜਬੂਰ ਕਰੇਗੀ ਕਿ ਹੁਣ ਜਿਹੜੀ ਗੱਲ ਜਿਹੜੀ ਆ ਉਹ ਇਹੋ ਜਿਹੀ ਹੋਵੇ ਜਿਹੜੀ ਲੋਕਾਂ ਦੇ ਹੱਕਾਂ ਦੀ ਔਰ ਲੋਕਾਂ ਦੇ ਹਿੱਤਾਂ ਦੀ ਗੱਲ ਕਰੇ। ਤੁਸੀਂ ਹੁਣ ਗੱਲ ਕੀਤੀ ਕਿ ਕਾਂਗਰਸ ਪਾਰਟੀ ਦੇ ਕੋਈ ਵੀ ਲੀਡਰ ਨੇ ਕਿਸਾਨ ਮੋਰਚੇ ਸੰਬੰਧੀ ਆਵਾਜ਼ ਨਹੀਂ ਉਠਾਈ। ਬਿਲਕੁਲ, ਦੇਖੋ ਅਸੀਂ ਪੰਜਾਬ ਦੀ ਗੱਲ ਕਰਦੇ, ਅਸੀਂ ਕਹਿੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਬੜਾ ਹਮਦਰਦ ਹੈ। ਇਹਨੇ ਕਿਸਾਨ ਮੋਰਚਾ ਜਿਹੜੇ ਆ ਉਹਦੇ ਵਿੱਚ ਸਪੋਰਟ ਕੀਤੀ ਹੈ, ਜਾਂ ਜਿਸ ਤਰ੍ਹਾਂ ਇਹਨੇ ਗੱਲ ਕੀਤੀ ਇਹ ਖੱਟਰ ਦੇ ਸੰਬੰਧੀ, ਜਦੋਂ ਖੱਟਰ ਨੇ ਰੋਕਣ ਦਾ ਯਤਨ ਕੀਤਾ ਤਾਂ ਕੈਪਟਨ ਅਮਰਿੰਦਰ ਦੀਆਂ ਬੜੀਆਂ ਇੱਕ ਦੋ ਕਿਸਾਨਾਂ ਦੇ ਹੱਕ 'ਚ ਸਟੇਟਮੈਂਟ ਆਈਆਂ। ਪਰ ਇਹਦੇ ਬਾਵਜੂਦ ਅੱਜ ਦੀ ਡੇਟ ਤੱਕ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਿਸੇ ਲੀਡਰ ਨੇ ਵੀ ਨਹੀਂ ਇੰਨੀ ਗੱਲ ਕਹੀ ਕਿ ਹਾਂ ਭਾਈ ਚਲੋ ਕੋਈ ਗੱਲ ਨਹੀਂ, ਜਦੋਂ ਸਾਡੀ ਸਰਕਾਰ ਆਊਗੀ ਅਸੀਂ ਤਿੰਨੇ ਕਾਨੂੰਨ ਰੱਦ ਕਰ ਦਾਂਗੇ। ਉਹ ਬੰਦੇ ਦੀ ਅੱਜ ਤੱਕ ਇਹ ਸਟੇਟਮੈਂਟ ਨਹੀਂ ਆਈ। ਪਤਾ ਨਹੀਂ ਕਿਸੇ ਰੈਲੀ 'ਚ ਕਿਸੇ ਨੇ ਕਿਹਾ ਹੋਵੇ, ਪਰ ਕਿਸਾਨਾਂ ਕੋਲ ਅੱਜ ਤੱਕ ਕਿਸੇ ਨੇ ਵੀ ਜਾ ਕੇ ਇਹੋ ਜਿਹਾ ਜਿਹੜਾ ਉਹਨਾਂ ਨੂੰ ਨਹੀਂ, ਪਰ ਉਹ ਤੇ ਅੱਗੇ ਦੀ ਗੱਲ ਹੈ ਨਾ, ਅੱਗੇ ਦੀ ਗੱਲ ਹੈ ਕਿ ਜਦੋਂ ਸਰਕਾਰ ਆਉਂਦੀ ਹੈ ਉਦੋਂ ਦੇਖਿਆ ਜਾਊਗਾ। ਪਰ ਗੱਲ ਇਹ ਆ ਵੀ ਫਿਲਹਾਲ ਦੇ ਲਈ ਵਿਰੋਧੀ ਧਿਰ ਹੋਣ ਦੇ ਨਾਤੇ ਉਹ ਕਦਮ ਕੀ ਚੁੱਕ ਰਹੀ ਹੈ ਇਹਨਾਂ ਖੇਤੀ ਕਾਨੂੰਨਾਂ ਨੂੰ ਜਿਹੜਾ ਰੱਦ ਕਰਾਉਣ ਵਾਸਤੇ। ਪਹਿਲਾਂ ਤਾਂ ਇਹ ਵੀ ਸਵਾਲ ਉੱਠੇ ਰਹੇ ਸੀਗੇ ਕਿ ਜਦੋਂ ਲੋਕ ਸਭਾ ਦੇ ਵਿੱਚ ਇਹ ਪਾਸ ਹੋ ਰਹੇ ਸੀ ਉਦੋਂ ਵੀ ਇਹਨਾਂ ਦੇ ਵੱਲੋਂ ਕੋਈ ਠੋਸ ਕਦਮ ਜਿਹੜਾ ਨਹੀਂ ਚੁੱਕਿਆ ਗਿਆ। ਤਾਂ ਹੁਣ ਬਾਹਰ ਆ ਕੇ ਵੀ ਜਿੱਥੇ ਸਾਰਾ ਦੇਸ਼ ਦਿੱਲੀ ਦੇ ਬਾਰਡਰਾਂ ਤੇ ਆ ਕੇ ਬੈਠ ਗਿਆ ਤੇ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੇ ਵੱਲੋਂ ਕੋਈ ਠੋਸ ਆਵਾਜ਼ ਨਹੀਂ ਚੱਕੀ ਜਾ ਰਹੀ, ਜਿਹਦੇ ਕਰਕੇ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਇਆ ਜਾਵੇ। ਦੇਖੋ, ਵਿਰੋਧੀ ਧਿਰ ਦੀ ਤਾਂ ਅਸੀਂ ਗੱਲ ਕਹਿੰਦੇ, ਉਹ ਨਾਮ ਦੀ ਵਿਰੋਧੀ ਧਿਰ ਹੈ। ਨਾਮ ਦੀ ਵਿਰੋਧੀ ਧਿਰ, ਵਿਰੋਧੀ ਧਿਰ ਉਠਾਉਣ ਵਾਸਤੇ ਮੁੱਦੇ ਹੀ ਨਹੀਂ। ਜਦੋਂ ਸੰਸਦ 'ਚ ਬਿੱਲ ਪਾਸ ਕਰਦਾ ਹੁੰਦਾ, ਮੈਨੂੰ ਤਾਂ ਕਈ ਵਾਰੀ ਸਿੱਧੂ ਸਾਹਿਬ ਇੱਦਾਂ ਲੱਗਦਾ ਕਿ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਨਾ ਕਿ ਕੈਪਟਨ ਦਾ ਔਰ ਬਾਦਲਾਂ ਦਾ ਆਪਸੀ ਫਰੈਂਡਲੀ ਮੈਚ ਖੇਡਦੇ ਆ, ਮੈਨੂੰ ਤਾਂ ਕਈ ਵਾਰੀ ਉੱਪਰ ਵੀ ਇੱਦਾਂ ਦਾ ਲੱਗਦਾ ਕਿ ਜਦੋਂ ਬੀਜੇਪੀ ਸਰਕਾਰ ਵੱਲੋਂ ਕੋਈ ਬਿੱਲ ਜਿਹੜੇ ਪਾਸ ਕਰਨੇ ਹੁੰਦੇ ਆ, ਉਦੋਂ ਆ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਲੋਕ, ਭਾਵੇਂ ਉਹ ਕਾਂਗਰਸੀ ਹੋਣ, ਭਾਵੇਂ ਉਹ ਵੀ ਬਾਹਰ ਚਲੇ ਜਾਂਦੇ। ਮੈਨੂੰ ਤਾਂ ਕਈ ਵਾਰੀ ਉੱਤੇ ਵੀ ਇੱਦਾਂ ਦਾ ਲੱਗਦਾ ਨਾ ਹੀ ਉਹ ਆਵਾਜ਼ ਚੁੱਕਦੇ ਆ, ਪਤਾ ਨਹੀਂ ਕੀ ਮਜਬੂਰੀ ਹੈ। ਜਾਂ ਤਾਂ ਫਿਰ ਇੰਨੀ ਗੱਲ ਹੈਗੀ ਆ ਕਿ ਜਿਹੜੀ ਸੱਤਾ ਇਸ ਵੇਲੇ ਪਾਰਟੀ ਹੈ, ਜਿਹੜੀ ਸੱਤਾ ਕਰ ਰਹੀ ਆ, ਉਹਦੇ ਕੋਲ ਹਥਿਆਰ ਹੀ ਇੰਨੇ ਮਜ਼ਬੂਤ ਨੇ ਕਿ ਉਹਨੇ ਜਿਹੜੀ ਵਿਰੋਧੀ ਧਿਰ ਸੱਤਾਹੀਨ ਨੂੰ, ਉਸ ਨੂੰ ਸਾਹਹੀਨ ਕਰ ਦਿੱਤਾ, ਜਿਸ ਕਰਕੇ ਉਹ ਮੁੱਦਿਆਂ ਨੂੰ ਚੁੱਕ ਹੀ ਨਹੀਂ ਸਕੀ। ਦੇਖੋ, ਜੇਕਰ ਰਾਹੁਲ ਗਾਂਧੀ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਕਿ ਰਾਹੁਲ ਗਾਂਧੀ ਜਾ ਕੇ ਮੋਦੀ ਨੂੰ ਜੱਫੀ ਵੀ ਪਾ ਲੈਂਦਾ, ਇਹੋ ਜਿਹੀ ਹਰਕਤ ਵੀ ਕਰਦਾ ਕਿ ਅੱਖ ਵੀ ਮਾਰਦਾ, ਪਰ ਇਹੋ ਜਿਹੀਆਂ ਗੱਲਾਂ ਕਰਕੇ ਉਹ ਚੰਦ ਸਕਿੰਟਾਂ ਵਾਸਤੇ ਆਪਣੀ ਮੈਚਿਓਰਿਟੀ ਦਾ ਅਹਿਸਾਸ ਕਰਾਉਂਦਾ। ਕਦੇ ਮੈਚਿਓਰਿਟੀ ਉਹਦੇ 'ਚ ਕਿਤੇ ਨਜ਼ਰ ਹੀ ਨਹੀਂ ਆਈ ਕਿ ਇਸ ਵਕਤ ਗੱਲ ਕੀ ਹੈ। ਦੇਖੋ, ਇੱਕ ਚੈਨਲ ਤੇ ਮੈਂ ਸਵੇਰੇ ਸੁਣ ਰਿਹਾ ਹਾਂ ਕਿ ਜਿੱਥੇ ਜਿੱਥੇ ਵੀ ਉਹ ਗਿਆ
ਇਹਨਾਂ ਇਲੈਕਸ਼ਨਾਂ ਦੇ ਵਿੱਚ ਉੱਥੇ ਹੀ ਉਹ ਹਰਿਆ। ਤੇ ਕਹਿੰਦੇ ਕਿਸੇ ਵਕਤ ਜਿਸ ਤਰ੍ਹਾਂ ਚੋਣਾਂ ਹੁੰਦੀਆਂ ਸੀ ਤਾਂ ਕਈ ਵਾਰੀ ਲੀਡਰ ਕਹਿੰਦੇ ਹਾਈ ਕਮਾਨ ਨੂੰ ਕਿ ਭਾਈ ਸਾਹਿਬ ਤੁਸੀਂ ਆਇਓ ਤੇ 2-4 ਸ਼ਬਦ ਸਾਡੇ ਹੱਕ 'ਚ ਬੋਲ ਜਾਓ। ਐਰਕਾਂ ਦੀਆਂ ਜੇਕਰ ਚੋਣਾਂ ਹੋਈਆਂ ਤੇ ਲੋਕਾਂ ਨੇ ਹਾਈ ਕਮਾਂਡ ਨੂੰ ਇਹ ਬਿਲਕੁਲ ਨਹੀਂ ਕਹਿਣਾ, ਕਾਂਗਰਸ ਹਾਈ ਕਮਾਂਡ ਨੂੰ, ਕਿ ਭਾਈ ਸਾਹਿਬ ਤੁਸੀਂ ਆਇਓ ਤੇ ਸਾਡੇ ਹੱਕ 'ਚ ਬੋਲ ਜਾਇਓ, ਕਿਉਂਕਿ ਜਿੱਥੇ ਜਾਣਗੇ ਉੱਥੇ ਹਰਨਗੇ। ਮੈਨੂੰ ਇਸ ਸਭ ਇੱਕ ਦੁਬਾਰਾ ਨਵਜੋਤ ਸਿੱਧੂ ਵੱਲ ਆ ਰਿਹਾ। ਮੇਰੇ ਇੱਕ ਪ੍ਰਸ਼ਨ ਜਿਹੜਾ ਹੈ ਮੇਰੇ ਜ਼ਿਹਨ 'ਚ ਆ ਰਿਹਾ ਕਿ ਨਵਜੋਤ ਸਿੱਧੂ ਦਾ ਇਹ ਜਿਹੜਾ ਟਵੀਟ ਹੈ ਇਹ ਰਾਸ਼ਟਰੀ ਪੱਧਰ ਦੀ ਰਾਜਨੀਤੀ ਦੇ ਸੰਦਰਭ 'ਚ ਉਸਨੇ ਕੀਤਾ, ਤਾਂ ਸ਼ਾਇਦ ਇੱਕ ਮੇ ਵੀ ਸੰਭਾਵਨਾ ਇਹ ਵਿਅਕਤ ਕੀਤੀ ਜਾ ਸਕਦੀ ਆ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਉਹ UPA ਦੇ ਵਿੱਚ ਵੀ ਇੱਕ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਉਹ ਨਿਭਾ ਸਕਦਾ ਹੈਗਾ। UPA ਕਿ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਉਸ ਨੂੰ ਉਸ ਸੰਦਰਭ ਦੇ ਵਿੱਚ ਉਸ ਕਾਂਗਰਸ ਹਾਈ ਕਮਾਨ ਦੇ ਉਸ ਪੱਧਰ ਤੇ ਲੈ ਕੇ ਆਉਣ, ਕਿਉਂਕਿ ਉਸ ਦੀ ਗੱਲ ਵੇਖੋ ਸੁਣੀ ਜਾਂਦੀ ਹੈ, ਉਸ ਦੀ ਨਵਜੋਤ ਸਿੱਧੂ ਦੀ ਗੱਲ ਸੁਣੀ ਜਾਂਦੀ ਆ। ਉਹ ਕੇਵਲ ਔਰ ਕੇਵਲ ਪੰਜਾਬ ਪੱਧਰ ਦਾ ਨੇਤਾ ਨਹੀਂ ਰਹਿ ਗਿਆ, ਉਹ ਇੱਕ ਰਾਸ਼ਟਰੀ ਪੱਧਰ ਦਾ ਨੇਤਾ ਹੈ, ਰਾਸ਼ਟਰੀ ਨੇਤਾ ਹੈ। ਦੂਜੇ ਪਾਸੇ ਅੰਤਰਰਾਸ਼ਟਰੀ ਪੱਧਰ ਦਾ ਉਹ ਖਿਡਾਰੀ ਰਹਿ ਚੁੱਕਾ ਔਰ ਰਾਜਨੀਤੀ, ਭਾਰਤੀ ਰਾਜਨੀਤੀ ਦੇ ਸਾਰੇ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਬਰੀਕੀਆਂ ਨੇ, ਉਹਨੂੰ ਚੰਗੀ ਤਰ੍ਹਾਂ ਸਮਝਦਾ। ਜੇਕਰ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ ਉਹ MP ਬਣਦਾ ਤਾਂ ਅਟਲ ਬਿਹਾਰੀ ਵਾਜਪੇਈ ਉਸ ਨੂੰ ਇੱਕ ਨਗੀਨਾ ਕਹਿੰਦਾ ਸੀ, ਕਹਿੰਦਾ ਜਿਹਨੂੰ ਮੈਂ ਚੁਣ ਕੇ ਲੈ ਕੇ ਆਇਆ। ਔਰ ਦੂਸਰੇ ਪਾਸੇ ਜੇਕਰ ਅੱਜ ਦੀ ਤਰੀਕ ਦੇ ਵਿੱਚ ਉਹ ਕੈਪਟਨ ਦੇ ਖਿਲਾਫ ਇੰਨਾ ਆਪਣਾ ਬਿਆਨਬਾਜ਼ੀ ਕਰ ਰਿਹਾ ਔਰ ਕਾਂਗਰਸ ਹਾਈਕਮਾਨ ਚੁੱਪ ਹੈ, ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਹੀ, ਇਟ ਮੀਨਸ ਕਿ ਉੱਥੇ ਵੀ ਕਾਂਗਰਸ ਪਾਰਟੀ 'ਚ ਵੀ ਉਸਦਾ ਇੱਕ ਮਜ਼ਬੂਤ ਆਧਾਰ ਆ ਜਿਸ ਨੂੰ ਖੋਰਾ ਜਿਹੜਾ ਬੜੀ ਮੁਸ਼ਕਲ ਲੱਗ ਸਕਦਾ, ਨਾ ਹੀ ਲੱਗ ਸਕਦਾ, ਨਾ ਹੀ ਕੋਈ ਹੋ ਸਕਦਾ। ਇਸ ਕਾਰਨ ਉਸਦੇ ਜਿਹੜੇ ਇਹ ਟਵੀਟ ਨੇ, ਇਹ ਜਿਹੜੇ 2 ਟਵੀਟ ਨੇ ਜਿਹੜੇ ਉਸਨੇ ਚੋਣ ਕਮਿਸ਼ਨ ਦੇ ਸੰਦਰਭ 'ਚ ਦਿੱਤੇ ਨੇ, ਇਹ ਟਵੀਟ ਜਿਹੜੇ ਇਹਨਾਂ ਨੂੰ ਤੁਸੀਂ ਮਹਿਜ਼ ਕੇਵਲ ਟਵੀਟ ਵਜੋਂ ਨਾ ਦੇਖੋ, ਇਹ ਭਾਰਤੀ ਰਾਜਨੀਤੀ ਵਿੱਚ ਉਸਦੇ ਇੱਕ ਜਿਹੜੀ ਰਾਸ਼ਟਰੀ ਰਾਜਨੀਤੀ ਹੈ ਉਹਦੇ ਵਿੱਚ ਪ੍ਰਵੇਸ਼ ਤਾਂ ਪੈਣਾ, ਪਰ ਇੱਕ ਨਵੇਂ ਤਰੀਕੇ ਨਾਲ ਪ੍ਰਵੇਸ਼ ਕਰ ਰਿਹਾ ਜਿਹਦੇ ਵਿੱਚ ਉਹ ਮਮਤਾ ਬੈਨਰਜੀ ਨੂੰ ਵੀ ਆਪਣੇ ਨਾਲ ਲੈ ਰਿਹਾ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿੱਚ ਵੀ ਇੱਕ ਅਜਿਹੇ ਨੇਤਾ ਦੇ ਰੂਪ ਦੇ ਵਿੱਚ ਉਭਰਨ ਦੀ ਉਸਨੇ ਕੋਸ਼ਿਸ਼ ਕੀਤੀ ਹੈ ਕਿ ਉਹ ਨੈਸ਼ਨਲ ਪੱਧਰ ਦਾ ਇੱਕ ਲੀਡਰ, ਇੱਕ ਨੇਤਾ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ, ਜਿਹੜਾ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ, ਮੈਂ ਸ਼ਬਦ ਹੋ ਸਕਦਾ ਕਿ ਜਿਹੜਾ ਕਾਂਗਰਸ ਪਾਰਟੀ ਨੂੰ ਅਗਵਾਈ ਦੇਗਾ ਨੈਸ਼ਨਲ ਪੱਧਰ ਤੇ ਵੀ। ਸੋ ਅਜੇ ਸਮੇਂ ਦੇ ਗਰਭ ਦੇ ਵਿੱਚ ਕੀ ਪਿਆ ਇਹਦੇ ਸੰਬੰਧੀ ਨਾ ਤਾਂ ਤੁਸੀਂ ਕੋਈ ਅਨੁਮਾਨ ਲਾ ਸਕਦੇ ਜੇ, ਨਾ ਮੈਂ ਲਾ ਸਕਦਾ, ਪਰ ਨਵਜੋਤ ਸਿੱਧੂ ਦੇ ਇਹ ਟਵੀਟ ਜਿਹੜੇ ਨੇ ਬੜੇ ਪ੍ਰਸ਼ਨਾਂ ਨੂੰ ਬੜੀਆਂ ਸੰਭਾਵਨਾਵਾਂ ਨੂੰ ਜਨਮ ਦਿੰਦੇ ਨੇ। ਬਿਲਕੁਲ। ਤਾਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਕੇ ਇਹਨਾਂ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਹੋਣਾ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।